ਹੈ ਕਿ ਕਿੰਨਾ ਕੁ ਗੈਪ ਜਿਹੜਾ ਐਕਸੈਪਟ ਕਰ ਰਿਹਾ ਕੈਨੇਡਾ, ਔਰ ਫੰਡ ਕਿੰਨੇ ਕੁ ਪੁਰਾਣੇ ਹੋਣੇ ਚਾਹੀਦੇ ਆ, ਮੈਕਸਿਮਮ ਕਿੰਨੇ ਪੁਰਾਣੇ? ਭਾਜੀ ਗੈਪ ਨਾਮ ਦੀ ਕੋਈ ਚੀਜ਼ ਜਿਹੜੀ ਨਾ ਉਹ ਬਣਾਈ ਗਈ। ਗੈਪ ਦਾ ਐਕਚੁਅਲ ਮਤਲਬ ਹੈ ਤੁਸੀਂ ਉਸ ਦੌਰਾਨ ਕੁਝ ਵੀ ਨਹੀਂ ਕੀਤਾ। ਵਧੀਆ ਚੀਜ਼ ਦਿੱਤੀ ਹੈ ਕਿ ਤੁਸੀਂ ਜਨਰਲ ਆਇਲਸ ਕਰਕੇ ਵੀ ਕੈਨੇਡਾ ਦੇ ਸਟੱਡੀ ਵੀਜ਼ਾ ਲਈ ਹੁਣ ਐਲੀਜੀਬਲ ਹੋ। ਨਹੀਂ ਲੱਗਦਾ ਨਾਲ, ਮਤਲਬ ਜਿਵੇਂ ਕਿ ਆਸਟ੍ਰੇਲੀਆ ਜਾਂ ਯੂਕੇ ਦੇ ਵਿੱਚ ਤੁਸੀਂ ਸਪਾਊਸ ਦੇ ਨਾਲ ਹੀ ਜਾ ਸਕਦੇ ਹੋ, ਕੈਨੇਡਾ 'ਚ ਐਵੇਂ ਨਹੀਂ ਹੁੰਦਾ। ਕੈਨੇਡਾ 'ਚ ਪਹਿਲਾਂ ਤੁਹਾਨੂੰ ਵੀਜ਼ਾ ਆਏਗਾ, ਤੁਸੀਂ ਜਾਓਗੇ, ਜਾ ਕੇ ਕਲਾਸਾਂ ਜੁਆਇਨ ਕਰੋਗੇ, ਕੋਰਸ ਜੁਆਇਨ ਕਰਨ ਤੋਂ ਬਾਅਦ ਤੁਸੀਂ ਡਿਪੈਂਡ ਕਰਦਾ ਕਿ ਤੁਸੀਂ ਫਿਰ ਪਾਰਟਨਰ ਵਿਦ ਔਰ ਵਿਦਆਊਟ ਆਈਲੈਟਸ, ਇੱਕ ਵਿਦ ਤੇ ਵਿਦਆਊਟ ਇੰਟਰਵਿਊ ਆ, ਉਹ ਕੀ ਸੀਨ ਹੈ ਉਹ ਵੀ ਜ਼ਰੂਰ ਕਲੀਅਰ ਕਰੋ। ਦੇਖੋ ਕੈਨੇਡਾ ਦੇ ਵਿੱਚ ਮੋਸਟਲੀ ਇੰਟਰਵਿਊ ਨਹੀਂ ਆਉਂਦਾ ਜੀ। ਇਹ ਤੁਸੀਂ ਪੜ੍ਹਿਆ ਹੋਏਗਾ ਇਹ ਆਸਟ੍ਰੇਲੀਆ ਬਾਰੇ ਜਾਂ ਯੂਕੇ ਬਾਰੇ। ਅੱਜ ਕੱਲ੍ਹ ਇੰਗਲੈਂਡ ਜਾਣਾ ਚਾਹੁੰਦੇ ਨੇ ਉਹ, ਪਰ 2018 ਵਿੱਚ ਉਹਨਾਂ ਨੇ +2 ਕੀਤੀ, ਉਸ ਤੋਂ ਬਾਅਦ ਕੋਵਿਡ ਕਰਕੇ, ਇਹ ਉਹਨਾਂ ਦਾ ਤਰਕ ਹੈ ਕਿ ਕੋਵਿਡ ਆ ਗਿਆ ਸੀ। ਕੋਵਿਡ ਹਾਲਾਂਕਿ 2020 'ਚ ਇੱਥੇ ਥੋੜ੍ਹਾ ਜ਼ਿਆਦਾ ਹਾਈਪਰ ਹੋਇਆ ਕਿ 19 ਵਿੱਚ ਉਹ ਪੜ੍ਹਾਈ ਨਹੀਂ ਕਰ ਪਾਏ, 20 'ਚ ਕੋਵਿਡ ਆ ਗਿਆ, ਪਰ ਹੁਣ ਉਹ ਇੰਗਲੈਂਡ ਜਾਣਾ ਚਾਹੁੰਦੇ ਨੇ। 22 ਚੱਲ ਰਿਹਾ, ਕੋਈ ਹੈ ਵੇ ਆਊਟ ਉਹਨਾਂ ਦਾ ਬਣਨ ਦਾ ਵੀਜ਼ਾ? ਸਾਰੇ ਦਿਨੇਸ਼ ਜੀ ਨੇ ਸਾਰੇ ਕੁਐਸਚਨ ਪੁੱਛ ਹੀ ਲਏ ਨੇ ਆਪਣੀ ਫੈਮਿਲੀ 'ਤੇ ਲਗਾ ਕੇ ਸਾਰਿਆਂ ਲਈ। ਅਗਰ ਮੈਂ 2018 ਦੀ ਗੱਲ ਕਰਾਂ, ਅਗਰ ਉਹ +2 ਤੋਂ ਬਾਅਦ ਚਾਹੁੰਦੇ ਕਿ ਤੁਹਾਡੇ ਤੋਂ ਤੁਸੀਂ ਔਨ ਕੈਮਰਾ ਮੇਰੇ ਤੋਂ ਕ੍ਰਾਈਮ ਕਰਾਉਣਾ ਚਾਹੁੰਦੇ ਹੋ, ਜਿਹੜਾ ਕਿ ਮੈਂ ਨਹੀਂ ਕਰਾਂਗਾ, ਮੈਂ ਸਾਫ਼ ਦੱਸ ਰਿਹਾ ਕਿ ਹਾਂ ਹਰ ਹਾਲਤ ਵਿੱਚ ਹਰ ਚੀਜ਼ ਦੇ ਕੁਝ ਰਸਤੇ ਹੁੰਦੇ ਨੇ। ਤੁਸੀਂ ਆ ਕੇ ਮਿਲੇਗੀ, ਉਹਦੇ ਕੋਈ ਚਾਰਜਸ ਨਹੀਂ ਆ ਕਿ ਕਰਕੇ ਕਰ ਦਿੱਤੇ ਜੀ ਤੁਸੀਂ ਚਾਰਜਸ? ਸਰ ਕੋਈ ਚਾਰਜਸ ਨਹੀਂ ਹੈ, ਫ੍ਰੀ ਆਫ। ਮੈਂ ਤਾਂ ਸਭ ਨੂੰ ਕਹਿੰਦਾ ਆਓ, ਤੁਸੀਂ ਇੰਟਰਵਿਊ ਤੇ ਕਹਿ ਦਿੰਦੇ ਤੇ ਬਾਅਦ ਚਾਰਜਸ ਲੈ ਲੈਂਦੇ ਆ। ਇਹ ਤੁਸੀਂ ਜ਼ਰੂਰ ਆਪਣੇ ਦਰਸ਼ਕਾਂ ਨੂੰ ਪੁੱਛੋ ਜੀ, ਹੈ ਨਾ। ਤੇ 100% ਸਲਾਹ ਜਿਹੜੀ ਚੰਗੀ ਦੇਣੀ, ਜੋ ਬੈਸਟ ਆਫ ਮਾਈ ਨੌਲੇਜ ਹੈ, ਇਹ ਮੇਰਾ ਧਰਮ ਹੈ। ਮੈਂ ਆਪਣੇ ਕਰਮ ਤੇ ਬੈਠਾ। ਇੱਕ ਵਾਰ ਫਿਰ ਤੋਂ ਪਹੁੰਚੇ ਹਾਂ ਲੋਟਸ ਓਵਰਸੀਜ਼, ਜਿੱਥੋਂ ਦੇ MD ਬੜੀ ਸਪਸ਼ਟ ਗੱਲ ਕਰਦੇ ਨੇ ਤੇ ਸਟੂਡੈਂਟ ਵੀਜ਼ਾ ਵਿੱਚ ਆਉਣ ਵਾਲੀ ਕੁਤਾਹੀਆਂ ਤੋਂ ਸਟੂਡੈਂਟਸ ਨੂੰ ਕਰਦੇ ਨੇ ਆਗਾਹ। ਦੋਸਤੋ ਮੇਰੇ ਨਾਲ ਬੈਠੇ ਨੇ ਵਰਿੰਦਰ ਬਜਾੜ, ਜਿਹੜੇ ਹਮੇਸ਼ਾ ਹੀ ਸਟੂਡੈਂਟਸ ਨੂੰ ਦਿੰਦੇ ਨੇ 100% ਸਹੀ ਸਲਾਹ। ਦੋਸਤੋ ਵਿਦਿਆਰਥੀ ਨਵਾਂ ਸ਼ਹਿਰ ਦੇਖ ਰਹੇ ਹੋ, ਮੈਂ ਦਿਨੇਸ਼ ਸੂਰੀ। ਦੋਸਤੋ ਤੁਸੀਂ ਸ਼ੇਅਰ ਤੋਂ ਅੰਦਾਜ਼ਾ ਲਾ ਹੀ ਲੈ ਕੇ ਅਸੀਂ ਇਸ ਸਮੇਂ ਲੋਟਸ ਓਵਰਸੀਜ਼ ਦੇ ਆਫਿਸ ਵਿੱਚ ਪਹੁੰਚੇ ਹੋਏ ਹਾਂ। ਹਰ ਇੱਕ ਵਿਦਿਆਰਥੀ, ਸਪੈਸ਼ਲੀ ਕਹਾਂ ਤਾਂ ਪੰਜਾਬੀ ਵਿਦਿਆਰਥੀ, ਆਪਣਾ ਫਿਊਚਰ ਜਿਹੜਾ ਆ ਉਹ ਵਿਦੇਸ਼ੀ ਕੰਟਰੀ ਵਿੱਚ ਦੇਖਦਾ ਹੈ। ਉਹ ਚਾਹੇ ਸਿਹਤ ਸਹੂਲਤਾਂ ਕਰਕੇ ਦੇਖ ਲਿਆ ਜਾਵੇ, ਜਾਂ ਚਾਹੇ ਉਹਨਾਂ ਨੂੰ ਲੱਗਦਾ ਕਿ ਉਹਨਾਂ ਦਾ ਫਿਊਚਰ ਜਿਹੜਾ ਆ ਉਹ ਵਿਦੇਸ਼ੀ ਕੰਟਰੀ ਵਿੱਚ ਜ਼ਿਆਦਾ ਸਿਕਿਉਰ ਹੈ। ਇਸੇ ਉੱਤੇ ਜਿਹੜੇ ਤੁਹਾਡੇ ਸਵਾਲ ਸਾਡੇ ਤੱਕ ਅਪੜੇ ਨੇ, ਉਹਨਾਂ ਦੇ ਬੈਸਟ ਆਨਸਰਸ ਲੈਣ ਲਈ ਅਸੀਂ ਪਹੁੰਚੇ ਹਾਂ ਲੋਟਸ ਓਵਰਸੀਜ਼। ਔਰ ਸਭ ਤੋਂ ਪਹਿਲਾਂ ਅਸੀਂ ਇੱਥੋਂ ਦੇ MD ਵਰਿੰਦਰ ਬਜਾੜ ਜੀ ਦਾ ਸਵਾਗਤ ਕਰਦੇ ਹਾਂ, ਫਿਰ ਕਰਦੇ ਹਾਂ ਢੇਰ ਸਾਰੀਆਂ ਗੱਲਾਂ। ਬਹੁਤ ਨਿੱਘਾ ਸਵਾਗਤ ਹੈ ਸਰ। ਬਹੁਤ ਬਹੁਤ ਧੰਨਵਾਦ ਜੀ PB 32 ਔਰ ਤੁਹਾਡੀ ਸਾਰੀ ਟੀਮ ਦੇ ਨਾਲ, ਤੁਹਾਡੇ ਸਾਰੇ ਵਿਊਅਰਸ ਦਾ ਪਹਿਲਾਂ ਤਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਰ ਬਹੁਤ ਸਾਰੇ ਸਵਾਲ ਨੇ ਅੱਜ ਕੱਲ੍ਹ ਦੇ ਨੌਜਵਾਨਾਂ ਦੇ ਮਨ ਵਿੱਚ, ਕਿਉਂਕਿ ਤੁਹਾਨੂੰ ਪਤਾ ਹੈ ਕਿ ਹੁਣ +2 ਕਈਆਂ ਬੱਚਿਆਂ ਨੇ ਮਾਰਚ ਮਹੀਨੇ ਐਗਜ਼ਾਮ ਦੇ ਕੇ ਕਲੀਅਰ ਕਰ ਜਾਣੀ ਆ, ਤਾਂ ਮਈ ਇਨਟੇਕ ਬੈਟਰ ਰਹੇਗਾ, ਸਤੰਬਰ ਇਨਟੇਕ 'ਚ ਟਰਾਈ ਕਰਨ, ਕਿਵੇਂ ਕਰਨ? ਔਰ ਹਾਲ ਦੀ ਘੜੀ ਇਹ ਵੀ ਜਾਣਨਾ ਚਾਹੁੰਦੇ ਕਿ ਇਮੀਗ੍ਰੇਸ਼ਨ ਇੰਡਸਟਰੀ ਕਹਿ ਕੀ ਰਹੀ ਹੈ, ਹਲਚਲ ਕੀ ਚੱਲ ਰਹੀ ਹੈ? 2021 ਇਨਟੇਕ ਹੈਗੇ ਨਾ ਜੀ, ਉਹ ਸਾਰੇ ਖਤਮ ਹੋ ਗਏ। 21 ਪਿੱਛੇ ਰਹਿ ਗਿਆ ਤੇ 22 ਚੱਲ ਗਿਆ। ਤੇ 22 ਦਾ ਮਈ ਇਨਟੇਕ ਜਿਹੜਾ ਸੀਗਾ, ਉਹ ਬੇਸਿਕਲੀ ਜਿਹੜੇ ਬੱਚੇ ਹੁਣ 22 'ਚ ਪਾਸ ਹੋਣਗੇ +2, ਉਹਨਾਂ ਲਈ ਨਹੀਂ ਹੈ, ਹੈ ਨਾ। ਤੇ ਉਹਦਾ ਕਿਉਂਕਿ ਉਹਨਾਂ ਨੇ ਤਾਂ ਹਜੇ ਪਾਸ ਕਰਨਾ, ਸੋ ਉਹਨਾਂ ਲਈ ਤਾਂ ਸਤੰਬਰ ਹੀ ਹੈ ਜੀ। ਠੀਕ ਹੈ। ਸੋ ਅੱਜ ਦੀ ਡੇਟ ਵਿੱਚ ਜਿਹੜੇ ਮੋਸਟਲੀ ਬੱਚੇ ਪਿਛਲੇ ਸਾਲ ਦੇ ਰਹੇ ਹੋਏ ਸੀਗੇ, ਜਾਂ ਜਿਹੜੇ ਇਨ ਕਿਊ ਚੱਲ ਰਹੇ ਸੀਗੇ, ਜਾਂ ਕੁਛ ਨੇ ਆਇਲਸ ਲੇਟ ਕੀਤਾ, ਕਿਊ ਵੱਡੀ ਬਹੁਤ ਸੀਗੀ, ਖਾਸ ਕਰ ਕੈਨੇਡਾ ਲਈ ਬਹੁਤ ਵੱਡੀ ਕਿਊ ਸੀਗੀ, ਹੈ ਨਾ। ਸੋ ਮਈ ਇਨਟੇਕ ਉਹਨਾਂ ਲਈ ਆਫ ਹੋ ਚੁੱਕਿਆ। ਹਾਂ, ਜਿਹੜੇ ਬੱਚੇ ਹਜੇ ਵੀ ਲਾਈਕ ਗ੍ਰੈਜੂਏਸ਼ਨ ਤੋਂ ਬਾਅਦ ਦੇ ਨੇ, ਮਾਸਟਰ ਡਿਗਰੀ ਲਈ ਜਾਣਾ ਹੈ, UK ਲਈ ਮਈ ਇਨਟੇਕ ਸਿਸਟਮ ਚੱਲ ਰਿਹਾ। ਤੇ ਆਸਟ੍ਰੇਲੀਆ ਇੱਕ ਚੰਗੀ ਨਿਊਜ਼ ਹੈ, ਆਸਟ੍ਰੇਲੀਆ ਅੱਜ ਦੀ ਡੇਟ 'ਚ ਦੁਬਾਰਾ ਤੋਂ ਓਪਨ ਹੋ ਗਿਆ ਹੈ, ਤੇ ਇੱਦਾਂ ਲੈ ਕੇ ਚੱਲੀਏ ਕਿ ਲਗਾਤਾਰ ਫਾਈਲਿੰਗ ਹੋ ਰਹੀ ਹੈ ਆਸਟ੍ਰੇਲੀਆ ਲਈ। ਸੋ ਜਿਹੜੇ ਬੱਚੇ 2021 ਦੇ ਨੇ, 20 ਦੇ ਨੇ, ਉਹਨਾਂ ਸਾਰਿਆਂ ਲਈ ਆਸਟ੍ਰੇਲੀਆ ਲਈ ਅੱਜ ਦੀ ਡੇਟ 'ਚ ਆਪਸ਼ਨਸ ਹੈਗੀਆਂ ਨੇ। ਉਹ ਵੱਖਰੇ ਵੱਖਰੇ ਆਸਟ੍ਰੇਲੀਆ ਦੀਆਂ ਸਾਰੀਆਂ ਲੋਕੇਸ਼ਨਸ, ਅਸੀਂ ਮੈਲਬਰਨ ਕਰ ਲਈਏ, ਸਿਡਨੀ ਕਰ ਲਈਏ, ਬ੍ਰਿਸਬੇਨ ਕਰ ਲਈਏ, ਪਰਥ ਕਰ ਲਈਏ, ਐਡੀਲੇਡ ਕਰ ਲਈਏ, ਹੈ ਨਾ, ਤੇ ਜਾਂ ਹੋਰ ਆਊਟਸਕਰਟਸ ਜਿਹੜੇ ਨੇ, ਤਾਂ ਉਹਨਾਂ ਸਾਰਿਆਂ ਦੇ ਲਈ ਉਹ ਆਪਸ਼ਨਸ ਇਸ ਟਾਈਮ ਹੈਗੀਆਂ ਨੇ। ਉਹ ਮਈ ਲਈ ਅਪਲਾਈ ਕਰ ਸਕਦੇ ਨੇ, ਔਰ ਐਟ ਦਾ ਅਰਲੀਐਸਟ ਅਪਲਾਈ ਕਰ ਲੈਣ। ਅਗਰ ਅਸੀਂ ਗੱਲ ਕਰੀਏ ਅਪਡੇਸ਼ਨ ਦੀ ਜੀ, ਦੇਖੋ ਅਪਡੇਸ਼ਨ ਕੈਨੇਡਾ ਤਾਂ ਹਜੇ ਲਗਭਗ ਸਤੰਬਰ ਹੀ ਚੱਲੇਗਾ ਹੁਣ, ਔਰ ਸਤੰਬਰ ਲਈ ਵੀ ਬੁਕਿੰਗ ਚੱਲ ਰਹੀ ਹੈ। ਐਟ ਦਾ ਅਰਲੀਐਸਟ ਕਰ ਲੈਣਾ ਚਾਹੀਦਾ। ਬਟ ਜਿਹੜੇ ਬੱਚੇ 2022 'ਚ ਆਉਣਗੇ, ਉਹ ਜਿਵੇਂ ਹੀ ਉਹਨਾਂ ਦੇ ਐਗਜ਼ਾਮ ਹੋ ਜਾਂਦੇ ਨੇ, ਔਰ ਅਗਰ ਉਹਨਾਂ ਨੇ ਟਾਰਗੇਟ ਕੀਤਾ ਹੋਇਆ ਕਿ ਉਹਨਾਂ ਨੇ ਪੜ੍ਹਨ ਲਈ ਬਾਹਰ ਜਾਣਾ, ਆਇਲਸ ਬਹੁਤ ਜ਼ਰੂਰੀ ਹੈ ਜੀ। ਬਟ ਹਾਂ, ਕੈਨੇਡਾ ਤੋਂ ਇੱਕ ਅੱਛੀ ਖਬਰ ਹੈ ਕਿ ਹੁਣ ਤੁਸੀਂ ਆਇਲਸ, ਚਾਹੇ ਉਹ ਜਨਰਲ ਆਇਲਸ ਕੀਤਾ, ਚਾਹੇ ਤੁਸੀਂ ਐਕੈਡੈਮਿਕ ਆਇਲਸ ਕੀਤਾ, ਇਹ ਦੋਏ ਤਰ੍ਹਾਂ ਦਾ ਅਸੈਪਟ ਹੋਣਾ ਸਟਾਰਟ ਹੋ ਗਿਆ। ਪਰ ਸਰ ਜਿਹੜੇ ਬੱਚਿਆਂ ਨੇ ਹੁਣ ਮਾਰਚ
ਮਾਰਚ ਵਿੱਚ ਐਗਜ਼ਾਮਸ ਦੇਣੇ ਆ ਪਲੱਸ 2 ਦੇ, ਉਹ ਫਿਰ ਕਦੋਂ ਆਇਲਸ ਕਰਨਗੇ? ਕਿਉਂਕਿ ਫਿਰ ਉਹਨਾਂ ਲਈ ਮਈ ਇਨਟੇਕ ਤਾਂ ਤੁਸੀਂ ਪਹਿਲੇ ਦੱਸ ਰਹੇ ਹੋ, ਫਿਰ ਤੇ ਸਤੰਬਰ ਲਈ ਵੀ ਅਰਲੀਐਸਟ ਵੀ ਨਹੀਂ ਆਣਾ। ਮਈ ਤੱਕ ਤਾਂ ਤੁਸੀਂ ਇਹ ਲੈ ਲਓ ਵੀ ਉਹਨਾਂ ਦਾ ਰਿਜ਼ਲਟ ਵੀ ਨਹੀਂ ਆਣਾ, ਹੈ ਨਾ। ਉਹਨਾਂ ਨੂੰ ਤਾਂ ਸਤੰਬਰ ਹੀ ਟਾਰਗੇਟ ਕਰਨਾ ਪਏਗਾ ਸਰ। ਪਰ ਸਤੰਬਰ ਲਈ ਵੀ ਤੁਸੀਂ ਕਹਿ ਰਹੇ ਹੋ ਕਿ ਜਿੰਨਾ ਅਰਲੀ ਹੋ ਸਕਦਾ ਉਨੀ ਜਲਦੀ ਕਰ ਦੇਖੋ ਇੱਕਦਮ ਜਿਹਨੇ ਫਸਟ ਕਮ ਫਸਟ ਸਰਵ ਵਾਲੀ ਗੱਲ ਹੈ, ਤੋ ਜਿਹਨੇ ਪਹਿਲਾਂ ਆ ਕੇ ਅਪਲਾਈ ਕਰ ਲੈਣਾ ਉਹ ਤੋਂ ਜਿਹੜੇ ਨੇ ਟਾਰਗੇਟ ਹੀ ਰੱਖਿਆ ਹੋਇਆ ਕਿ ਖਾਸ ਕਰ, ਹੈ ਨਾ। ਦੇਖੋ ਅਗਰ ਮੈਂ ਗੱਲ ਕਰਾਂ ਇੱਥੋਂ ਜਿਹੜੇ ਵੀ ਬੱਚੇ ਜਾ ਰਹੇ ਨੇ ਉਹ ਮੋਸਟਲੀ ਬਰੈਂਪਟਨ ਜਾਂ ਟੋਰਾਂਟੋ ਦੇ ਆਊਟਸਕਰਟਸ ਵਿੱਚ ਹੀ ਜਾਣਾ ਚਾਹੁੰਦੇ ਨੇ ਜਾਂ ਟੋਰਾਂਟੋ ਜਾਣਾ ਚਾਹੁੰਦੇ ਨੇ। ਉਹਨਾਂ ਸਾਰਿਆਂ ਲਈ ਕਿਉਂਕਿ ਲੋਕੇਸ਼ਨ ਔਰ ਕਾਲਜਿਸ ਤਾਂ ਉਨੇ ਇੱਕ ਨੇ, ਇੱਕਦਮ ਉਹਨਾਂ 'ਚ ਕੋਈ ਐਕਸਪੈਂਸ਼ਨ ਹੋਈ ਨਹੀਂ ਹੈ। ਸੋ ਤੁਹਾਨੂੰ ਮੋਸਟਲੀ ਗਵਰਨਮੈਂਟ ਕਾਲਜ ਹੀ ਅਪਲਾਈ ਕਰਨਾ ਚਾਹੀਦਾ ਅੱਜ ਦੀ ਡੇਟ 'ਚ। ਤਾਂ ਚੰਗੇ ਕਾਲਜਿਸ ਲਈ ਹਰ ਹਾਲਤ 'ਚ ਫਸਟ ਕਮ ਫਸਟ ਸਰਵਿਸ ਵਾਲੀ ਗੱਲ ਹੈ। ਤਾਂ ਤੁਸੀਂ ਜਿੰਨੀ ਜਲਦੀ ਆਇਲਸ ਕਰ ਲਓਗੇ ਉਨਾ ਸੌਖਾ ਹੈ, ਨਹੀਂ ਤਾਂ ਫਿਰ ਜਨਵਰੀ ਇਨਟੇਕ ਹੈ ਹੀਗਾ, ਉਹਦੇ ਤੋਂ ਬਾਅਦ ਮਈ ਹੈ। ਮਈ ਇੱਕ ਐਕਚੁਅਲੀ ਆਇਲਸ ਵੀ ਕਰਾਉਂਦੇ ਉਹ, ਫਿਰ ਆਇਲਸ ਵੀ ਕਰ ਸਕਦੇ। ਸਤੰਬਰ ਇਨਟੇਕ ਲਈ ਜਿਹੜੇ ਬੱਚੇ ਹੁਣ ਟਰਾਈ ਕਰਨਾ ਚਾਹੁੰਦੇ ਆ ਜੀ, ਉਹਨਾਂ ਲਈ ਕੀ ਕੀ ਰਿਕੁਆਇਰਮੈਂਟਸ ਨੇ? ਜ਼ਰੂਰ ਉਹ ਇੱਕ ਵਾਰੀ ਜ਼ਰੂਰ ਵੇਰਵਾ ਤਾਂ ਉਹ ਥੋੜਾ ਕਲੀਅਰ ਕਰੋ। ਦੇਖੋ ਜੀ, ਸਤੰਬਰ ਲਈ ਮੋਸਟਲੀ ਜਿਹੜੇ ਬੱਚੇ ਨੇ, ਸਭ ਤੋਂ ਪਹਿਲਾਂ ਆਪਾਂ ਕੈਨੇਡਾ ਦੀ ਗੱਲ ਕਰੀਏ ਤਾਂ SDS ਪ੍ਰੋਗਰਾਮ ਹੁੰਦਾ। SDS ਵਿੱਚ ਮੈਂ ਸਾਰੇ ਜਿਹੜੇ ਨਵੇਂ ਬੱਚੇ ਅਪਲਾਈ ਕਰਨੇ ਆ, ਐਲੀਜੀਬਿਲਿਟੀ ਕ੍ਰਾਈਟੇਰੀਆ ਜੋ ਆ ਮੈਂ ਚਾਹੁੰਦਾ ਤੁਸੀਂ ਜ਼ਰੂਰ ਵਿਸਥਾਰ 'ਚ ਦੱਸ ਦਿਓ। ਮੈਂ ਕੈਨੇਡਾ ਦੀ ਸਭ ਤੋਂ ਪਹਿਲਾਂ ਗੱਲ ਕਰਾਂ ਤਾਂ ਐਲੀਜੀਬਿਲਿਟੀ ਲਈ ਜਿਹੜੇ ਬੱਚੇ ਕੈਨੇਡਾ ਜਾਣਾ ਚਾਹੁੰਦੇ ਨੇ ਨੋਟ ਕਰ ਲੈਣ, SDS ਪ੍ਰੋਗਰਾਮ ਹੈ ਉੱਥੇ। ਔਰ ਇੱਕ ਜਿਹੜੇ ਫਿਰ ਨੌਨ SDS ਜਾਣਗੇ, SDS ਲਈ ਸਾਰੇ ਬੱਚਿਆਂ ਨੂੰ 6 ਬੈਂਡ ਆਫ ਆਇਲਸ ਪਹਿਲੀ ਰਿਕੁਆਇਰਮੈਂਟ ਹੈ। ਉਹਨਾਂ ਸਾਰਿਆਂ ਦੇ 50% ਪਲੱਸ ਨੰਬਰ ਹੋਣਗੇ ਤਾਂ ਉਹ ਐਲੀਜੀਬਲ ਹੋ ਜਾਂਦੇ ਨੇ ਲਗਭਗ ਸਾਰੇ ਕਾਲਜਿਸ ਦੇ ਵਿੱਚ। ਔਰ ਦੂਸਰੇ ਨੰਬਰ 'ਤੇ ਉਹਨਾਂ ਦਾ ਬੇਸਿਕ ਰਿਕੁਆਇਰਮੈਂਟ ਕਿ ਉਹਨਾਂ ਨੂੰ ਫੰਡਸ, ਕਿਉਂਕਿ ਉੱਥੇ 2 ਤਰ੍ਹਾਂ ਦੀ ਫੀਸ ਜਾਏਗੀ। ਇੱਕ ਕਾਲਜ ਦੀ 1 ਸਾਲ ਦੀ ਫੀਸ ਦੇਣੀ ਹੋਏਗੀ, ਦੂਸਰੀ GIC ਗਰੰਟਡ ਇਨਵੈਸਟਮੈਂਟ ਸਰਟੀਫਿਕੇਟ ਕਹਿੰਦੇ ਨੇ, ਜਿਹੜਾ ਕਿ ਤੁਹਾਡਾ ਖਾਤਾ ਉੱਥੇ ਖੁੱਲ੍ਹ ਜਾਏਗਾ ਅਤੇ ਉਹਦੇ 'ਚ ਪੈਸੇ ਤੁਹਾਡੇ 1 ਸਾਲ ਦੇ ਪੜ੍ਹਨ ਦੇ ਜਿਹੜੇ ਪੈਸੇ ਨੇ ਉਹ ਮਤਲਬ ਉੱਥੇ ਰਹੋਗੇ ਤੁਸੀਂ, ਇੱਥੋਂ ਜਾਓਗੇ ਤਾਂ ਉੱਥੇ ਰਹੋਗੇ ਵੀ, ਤਾਂ ਉਹ ਖਾਣ ਪੀਣ ਦੇ ਪੈਸੇ ਉੱਥੇ ਜਮ੍ਹਾਂ ਹੋ ਜਾਂਦੇ ਨੇ। ਅੱਗੇ ਤਾਂ ਅਸੀਂ $2000 ਸੁਣੇ ਸੀ ਕਿ ਨਹੀਂ, 10,000 ਦੇ ਕਰੀਬ ਜਮ੍ਹਾਂ ਕਰਾਉਣਾ ਪੈਂਦਾ ਜੀ। $10,000 ਫਿਕਸ ਹੈਗਾ, ਹੈ ਨਾ। ਫੀਸ ਜਿਹੜੀ ਐਵਰੇਜਲੀ ਤੁਸੀਂ ਲੈ ਲਓ 15,000 ਦੇ ਨੀਅਰ ਬਾਏ ਫੀਸ ਆ ਜਾਂਦੀ ਸਾਲ ਦੀ। ਤਾਂ 25,000 GIC ਕਿੰਨਾ 850 ਜਿਹੜਾ ਹੈ ਜੀ ਪਰ ਮੰਥ ਤੁਹਾਨੂੰ ਉੱਥੇ ਮਿਲਦਾ ਰਹੇਗਾ, ਠੀਕ ਹੈ ਨਾ। ਸੋ ਉਹ 850 ਦੇ ਹਿਸਾਬ ਨਾਲ ਹੀ ਉਹਨਾਂ ਨੇ 10,000 ਜਿਹੜਾ ਉਹ ਜਮ੍ਹਾਂ ਕਰਵਾ ਲੈਂਦੇ ਨੇ, ਉਹ ਬੱਚੇ ਨੂੰ ਉੱਥੇ ਮਿਲਦਾ ਰਹਿੰਦਾ ਤਾਂ ਕਿ ਬੱਚਾ ਫ੍ਰੀ ਹੋ ਕੇ ਦਿਮਾਗੀ ਤੌਰ 'ਤੇ ਉੱਥੇ ਪੜ੍ਹ ਸਕੇ। ਇੱਕ ਸਵਾਲ ਬੜਾ ਕਰੂਸ਼ੀਅਲ ਹੈ ਜਿਹੜਾ ਸਾਨੂੰ 1-2 ਸੱਜਣਾ ਨੇ ਕਿਹਾ ਸੀ ਕਿ ਪੁੱਛ ਕੇ ਆਣਾ। ਇੱਕ ਤਾਂ ਇਹੀ ਹੈ ਕਿ ਕਿੰਨਾ ਕੁ ਗੈਪ ਜਿਹੜਾ ਐਕਸੈਪਟ ਕਰ ਰਿਹਾ ਕੈਨੇਡਾ, ਔਰ ਫੰਡ ਕਿੰਨੇ ਕੁ ਪੁਰਾਣੇ ਹੋਣੇ ਚਾਹੀਦੇ ਆ, ਮੈਕਸਿਮਮ ਕਿੰਨੇ ਪੁਰਾਣੇ? ਭਾਜੀ ਗੈਪ ਨਾਮ ਦੀ ਕੋਈ ਚੀਜ਼ ਜਿਹੜੀ ਨਾ ਉਹ ਬਣਾਈ ਗਈ। ਗੈਪ ਦਾ ਐਕਚੁਅਲ ਮਤਲਬ ਹੈ ਤੁਸੀਂ ਉਸ ਦੌਰਾਨ ਕੁਝ ਵੀ ਨਹੀਂ ਕੀਤਾ। ਅਗਰ ਤੁਸੀਂ ਕੁਝ ਵੀ ਨਹੀਂ ਕੀਤਾ ਤੇ ਫਿਰ ਤੁਹਾਨੂੰ ਐਕਸਪਲੇਨ ਕਰਨਾ ਥੋੜਾ ਜਿਹਾ ਔਖਾ ਹੋਏਗਾ। ਸੋ ਬੈਟਰ ਇਹ ਹੈ ਕਿ ਤੁਸੀਂ ਜਦੋਂ ਵੀ ਤੁਹਾਡੀ ਸਟੱਡੀ ਕੰਪਲੀਟ ਹੋਏ, ਤੁਸੀਂ ਅਗਰ ਤੁਸੀਂ ਫੋਰਨ ਹੀ ਜਾਣ ਦਾ ਵਿਚਾਰ ਬਣਾਇਆ ਤਾਂ ਨਾਲ ਦੀ ਨਾਲ ਹੀ ਆਪਣੀ ਆਇਲਸ ਕਰੋ ਤੇ ਕਰੋ ਕੁਛ ਨਾ। ਔਰ ਅਗਰ ਤੁਸੀਂ ਗ੍ਰੈਜੂਏਸ਼ਨ ਤੋਂ ਬਾਅਦ ਹੋ ਮਾਸਟਰ ਡਿਗਰੀ ਲਈ ਜਾਣਾ ਚਾਹੁੰਦੇ ਹੋ ਤਾਂ ਤੁਸੀਂ ਇਹ ਧਿਆਨ ਰੱਖੋ ਕਿ ਤੁਹਾਡਾ ਕੋਈ ਜੌਬ ਐਕਸਪੀਰੀਅੰਸ ਜਾਂ ਕੋਈ ਕਿਤੇ ਨਾ ਕਿਤੇ ਕੁਛ ਲਰਨਿੰਗ ਐਕਸਪੀਰੀਅੰਸ ਹੋਏ ਤਾਂ ਕਿ ਤੁਹਾਡਾ ਪ੍ਰੋਗਰੈਸ਼ਨ ਦਿਖਾਇਆ ਜਾ ਸਕੇ। ਪ੍ਰੋਗਰੈਸ਼ਨ ਮਤਲਬ ਜੋ ਤੁਸੀਂ ਪਹਿਲਾਂ ਪੜ੍ਹਿਆ ਉਹਦੇ ਵਿੱਚ ਤੁਹਾਡਾ ਜਿਹੜਾ ਅੱਗੇ ਦਾ ਫਿਊਚਰ ਪਲਾਨ ਹੈ ਉਹਦੇ ਨਾਲ ਕੁਛ ਕਨੈਕਸ਼ਨ ਜੁੜਦਾ, ਤੁਸੀਂ ਪ੍ਰੋਗਰੈਸ ਵਿੱਚ ਹੋ ਜਾਂ ਨਹੀਂ ਹੋ। ਸੋ ਇਹ 2-3 ਚੀਜ਼ਾਂ ਜਿਹੜੀਆਂ ਵੀਜ਼ਾ ਦੇਖਦੇ ਨੇ। ਮੈਂ ਸਪੈਸ਼ਲ ਪ੍ਰੋਗਰਾਮ ਲਈ ਵੀ ਬੱਚੇ ਭੇਜਦੇ ਹੋ, ਜਿਵੇਂ ਲਾਸਟ ਵਾਰੀ ਆਪਣੀ ਡਿਸਕਸ਼ਨ ਹੋਈ ਸੀ। ਬਿਲਕੁਲ ਜੀ, ਤੇ ਉੱਤੇ ਸਪੈਸ਼ਲ ਮਿਹਨਤ ਵੀ ਕਰਦੇ ਹੋ। ਹਾਂਜੀ, ਪਰ ਐਵਰੇਜ ਫੀਸ ਸਰ 15,000 ਦੇ ਕਰੀਬ ਹੁੰਦੀ ਹੈ। ਕਾਲਜ ਟੂ ਕਾਲਜ ਵੈਰੀ ਕਰਦਾ ਹੈ। ਹਾਂ, ਉਹਦੇ ਵਿੱਚ ਇੰਸ਼ੋਰੈਂਸ ਜਿਹੜੀ ਹੈਗੀ ਉਹ ਕੁਛ ਖਿੱਤਿਆਂ ਦੇ ਵਿੱਚ ਜ਼ਿਆਦਾ ਵੀ ਲੱਗ ਜਾਂਦੀ ਹੈ। ਸੋ 15 ਤੋਂ ਲੈ ਕੇ 18,000 20,000 ਤੱਕ ਵੀ ਯੂਨੀਵਰਸਿਟੀ ਦੀ ਫੀਸ ਚੱਲ ਜਾਂਦੀ ਹੈ। ਸੋ ਐਵਰੇਜਲੀ $25,000 ਤੋਂ ਲੈ ਕੇ $30,000 ਦੇ ਵਿੱਚ ਬੇਸਿਕ ਖਰਚਾ ਹੈ। ਮੈਡੀਕਲ ਦਾ ਖਰਚਾ ਹੋ ਜਾਏਗਾ ਜਾਂ ਅੰਬੈਸੀ ਫੀਸ ਲੱਗ ਜਾਏਗੀ, ਉਹ ਥੋੜ੍ਹੇ ਜਿਹੇ ਐਕਸਟਰਾ ਖਰਚੇ ਨੇ। ਇਹ ਕੈਨੇਡਾ ਦਾ ਬੇਸਿਕ ਹੈ। ਸਪਾਊਸ ਦੇ ਨਾਲ ਕੋਈ ਕੈਨੇਡਾ ਜਾਣਾ ਚਾਹੁੰਦਾ ਉਹਦੇ ਲਈ ਕੀ ਕ੍ਰਾਈਟੇਰੀਆ ਜੀ? ਭਾਜੀ ਸਪਾਊਸ ਦੇ ਨਾਲ ਪਹਿਲਾਂ ਤਾਂ ਮੈਂ ਸੁਜੈਸਟ ਕਰਾਂਗਾ ਕਿ ਆਫਟਰ ਗ੍ਰੈਜੂਏਸ਼ਨ ਹੀ ਤੁਸੀਂ ਅਪਲਾਈ ਕਰੋ। ਔਰ ਸਪਾਊਸ ਦਾ ਇਮੀਡੀਏਟ ਵੀਜ਼ਾ ਨਹੀਂ ਲੱਗਦਾ ਨਾਲ, ਮਤਲਬ ਜਿਵੇਂ ਕਿ ਆਸਟ੍ਰੇਲੀਆ ਜਾਂ UK ਦੇ ਵਿੱਚ ਤੁਸੀਂ ਸਪਾਊਸ ਦੇ ਨਾਲ ਹੀ ਜਾ ਸਕਦੇ ਹੋ। ਕੈਨੇਡਾ 'ਚ ਐਵੇਂ ਨਹੀਂ ਹੁੰਦਾ। ਕੈਨੇਡਾ 'ਚ ਪਹਿਲਾਂ ਤੁਹਾਨੂੰ ਵੀਜ਼ਾ ਆਏਗਾ, ਤੁਸੀਂ ਜਾਓਗੇ, ਜਾ ਕੇ ਕਲਾਸਾਂ ਜੁਆਇਨ ਕਰੋਗੇ। ਕੋਰਸ ਜੁਆਇਨ ਕਰਨ ਤੋਂ ਬਾਅਦ ਤੁਸੀਂ ਡਿਪੈਂਡ ਕਰਦਾ ਕਿ ਤੁਸੀਂ ਫਿਰ ਪਾਰਟਨਰ ਵੀਜ਼ਾ ਲਈ ਅਪਲਾਈ ਕਰਨਾ ਹੈ ਜਾਂ ਫਿਰ ਟੂਰਿਸਟ ਲਈ ਅਪਲਾਈ ਕਰਨਾ। ਤਾਂ ਉਹ ਪਾਰਟਨਰ ਵੀਜ਼ਾ ਲਈ ਮੋਸਟਲੀ ਲੋਕ ਅਪਲਾਈ ਕਰਦੇ। ਚਾਂਸਸ ਕਿੰਨੇ ਹੁੰਦੇ ਕਿ ਪਾਰਟਨਰ? ਅੱਜ ਕੱਲ੍ਹ ਟਾਈਮ ਬਹੁਤ ਲੱਗ ਰਿਹਾ ਜੀ, ਕਿਉਂਕਿ ਫਾਈਲਿੰਗ ਪੈਂਡੈਂਸੀ ਬਹੁਤ ਹੈ। ਲਗਭਗ ਸਾਲ ਦਾ ਟਾਈਮ ਲੱਗ ਰਿਹਾ। ਸਾਲ ਦਾ ਟਾਈਮ ਮੰਨ ਕੇ ਚੱਲੋ। ਹਾਂਜੀ, ਸਾਲ ਦਾ ਟਾਈਮ ਲੱਗ ਰਿਹਾ। ਸੋ ਇਸ ਚੀਜ਼ ਨੂੰ ਦਿਮਾਗ ਵਿੱਚ ਰੱਖ ਕੇ ਹੀ ਅਪਲਾਈ ਕਰਿਓ। ਹਜੇ ਟਾਈਮ ਇਹੀ ਹੈ। ਬਟ ਹਾਂ, ਹੁਣੇ ਕੈਨੇਡੀਅਨ ਇਮੀਗ੍ਰੇਸ਼ਨ ਨੂੰ ਕਾਫੀ ਸਾਰਾ ਫੰਡ ਜਿਹੜਾ ਉਹ ਦਿੱਤਾ ਗਿਆ। ਪਰਮਾਤਮਾ ਕਰੇਗਾ ਜਲਦੀ ਇਹ ਹੋ ਜਾਣਗੀਆਂ ਫਾਈਲਾਂ ਕਲੀਅਰ। ਜੀ। ਅੱਛਾ ਸਰ, ਇੱਕ ਗੱਲ ਹੋਰ ਮੈਂ ਨਿਊਜ਼ਪੇਪਰ ਵਿੱਚ ਅੱਜ ਪੜ੍ਹ ਕੇ ਆਇਆ। ਇੱਕ ਤਾਂ ਚੀਜ਼ਾਂ ਬੜੀਆਂ ਚਰਚਾ 'ਚ ਰਹਿੰਦੀਆਂ ਨੇ ਨਿਊਜ਼ਪੇਪਰ ਵਿੱਚ। ਕਦੀ ਉਹ ਲਿਖ ਦਿੰਦੇ ਨੇ ਕਿ ਵਿਦ ਔਰ ਵਿਦਆਊਟ ਆਈਲੈਟਸ, ਇੱਕ ਵਿਦ ਤੇ ਵਿਦਆਊਟ ਇੰਟਰਵਿਊ ਆ।
ਉਹ ਕੀ ਸੀਨ ਹੈ, ਉਹ ਵੀ ਜ਼ਰੂਰ ਕਲੀਅਰ ਕਰ ਦਿਓ। ਦੇਖੋ ਕੈਨੇਡਾ ਦੇ ਵਿੱਚ ਮੋਸਟਲੀ ਇੰਟਰਵਿਊ ਨਹੀਂ ਆਉਂਦਾ ਜੀ। ਇਹ ਤੁਸੀਂ ਪੜ੍ਹਿਆ ਹੋਏਗਾ, ਇਹ ਆਸਟ੍ਰੇਲੀਆ ਬਾਰੇ ਜਾਂ ਯੂਕੇ ਬਾਰੇ ਅੱਜ ਕੱਲ੍ਹ ਖਾਸ ਕਰ ਜਿਹੜੇ ਸਪਾਊਸ ਕੇਸਿਸ ਜਾ ਰਹੇ ਨੇ, ਹੈ ਨਾ, ਉਹਨਾਂ ਬਾਰੇ ਗੱਲ ਹੁੰਦੀ ਹੈ। ਦੇਖੋ ਇੰਟਰਵਿਊ ਬਹੁਤ ਰੇਅਰ ਕੇਸ ਵਿੱਚ ਅੱਜ ਕੱਲ੍ਹ ਅੰਬੈਸੀ ਲੈਂਦੀ ਹੈ, ਇਹੋ ਜਿਹਾ ਟ੍ਰੈਂਡ ਘੱਟ ਹੈ, ਬਟ ਇੰਟਰਵਿਊ ਨਹੀਂ ਹੁੰਦਾ ਜੀ। ਠੀਕ ਹੈ, US ਦੇ ਵਿੱਚ ਜਿਵੇਂ ਸਭ ਨੂੰ ਪਤਾ ਹੀ ਹੈ ਕਿ ਫੇਸ ਟੂ ਫੇਸ ਇੰਟਰਵਿਊ ਹੁੰਦਾ ਹੀ ਹੈ, ਪੇਸ਼ ਹੋਣਾ ਪਏਗਾ ਤੁਹਾਨੂੰ, ਹੈ ਨਾ, ਹਾਈ ਕਮਿਸ਼ਨ। ਅਗਰ UK ਦੀ ਮੈਂ ਗੱਲ ਕਰਾਂ ਜਾਂ ਆਸਟ੍ਰੇਲੀਆ ਦੀ ਗੱਲ ਕਰਾਂ, ਬਹੁਤ ਕੇਸ ਵਿੱਚ ਅੰਬੈਸੀ ਕਦੇ ਵੀ ਕਿਸੇ ਨੂੰ ਵੀ ਇੰਟਰਵਿਊ ਕਾਲ ਕਰ ਸਕਦੀ ਹੈ, ਟੈਲੀਫੋਨਿਕ ਵੀ ਕਰ ਸਕਦੀ ਹੈ। ਹਾਂਜੀ, ਹਜੇ ਤੱਕ ਇਹੋ ਜਿਹਾ ਬਹੁਤ ਘੱਟ ਹੈ ਟ੍ਰੈਂਡ ਵਿੱਚ, ਆ ਰਹੀ ਹੈ 2 ਤੋਂ 5% ਤੱਕ ਇੰਟਰਵਿਊ ਆ ਰਹੀ ਹੈ। ਡਾਊਟ ਹੋਵੇ ਤਾਂ ਕਿ ਵੈਸੇ ਹੀ ਕੋਈ ਰੈਂਡਮਲੀ ਕਰ ਲੈਂਦੇ? ਨਹੀਂ ਜੀ, ਕਿਸੇ ਤੇ ਡਾਊਟ ਹੋਵੇ ਫਿਰ ਤਾਂ ਕਰਨਗੇ ਹੀ। ਐਟ ਰੈਂਡਮ ਵੀ ਕਈ ਵਾਰੀ ਅੰਬੈਸੀ ਕਾਲ ਕਰ ਲੈਂਦੀ ਹੈ, ਸੋ ਸਟੂਡੈਂਟ ਨੂੰ ਹਰ ਹਾਲਤ ਵਿੱਚ ਪ੍ਰਪੇਅਰ ਰਹਿਣਾ ਚਾਹੀਦਾ। ਸਰ ਇੱਕ ਵਾਰੀ ਨਾ ਆਸਟ੍ਰੇਲੀਆ ਬਾਰੇ ਵੀ ਜ਼ਰੂਰ ਕਲੀਅਰ ਕਰ ਦਿਓ, ਕੀ ਐਲੀਜੀਬਿਲਿਟੀ ਕ੍ਰਾਈਟੇਰੀਆ ਆ, ਕਿੰਨੇ ਬੈਂਡ ਚਾਹੀਦੇ ਆ, ਸਪਾਊਸ ਨਾਲ ਕਿਵੇਂ ਜਾ ਸਕਦੇ ਆ, ਉੱਥੇ ਕਿੰਨਾ ਗੈਪ ਐਕਸੈਪਟ ਹੁੰਦਾ, ਕਿਉਂਕਿ ਤੁਸੀਂ ਪਹਿਲਾਂ ਬੜੀ ਅੱਛੇ ਤਰੀਕੇ ਬਰੀਫ ਕੀਤਾ ਕਿ ਗੈਪ ਮਤਲਬ ਤੁਸੀਂ ਕੁਝ ਵੀ ਨਹੀਂ ਕੀਤਾ, ਪਰ ਫਿਰ ਵੀ ਸਾਡੇ ਹਲੇ ਬੱਚਿਆਂ ਲਈ ਸਮਝਣਾ ਥੋੜਾ ਮੁਸ਼ਕਿਲ ਹੈ ਕਿ ਗੈਪ ਕਿਵੇਂ ਆ, ਗੈਪ ਕਿਉਂ ਆ, ਗੈਪ ਨੂੰ ਕਵਰ ਕਿਵੇਂ ਕਰਨਾ, ਕਿਉਂਕਿ ਗੱਲਾਂ ਹਵਾ 'ਚ ਹੀ ਚੱਲਦੀਆਂ। ਮੈਂ ਤੁਹਾਨੂੰ ਐਕਸਪਲੇਨ ਕਰਦਾ ਜੀ। ਆਸਟ੍ਰੇਲੀਆ ਦੀ ਅਗਰ ਗੱਲ ਕਰੀਏ ਤਾਂ ਆਸਟ੍ਰੇਲੀਆ ਦਾ ਅੱਜ ਦੀ ਡੇਟ ਵਿੱਚ ਮਈ ਇਨਟੇਕ, ਕੁਝ ਕਾਲਜਿਸ ਜੂਨ ਜੁਲਾਈ ਇਨਟੇਕ ਵੀ ਦਿੰਦੇ ਨੇ, ਜਾਂ ਮੇਜਰ ਇਨਟੇਕ ਉਹਨਾਂ ਦਾ ਸਤੰਬਰ ਆਉਣ ਵਾਲਾ, ਉਸ ਤੋਂ ਬਾਅਦ ਜਨਵਰੀ। ਜੂਨ ਜੁਲਾਈ 'ਚ ਇਨਟੇਕ ਦੇ ਰਹੇ ਨੇ ਕੁਝ ਕਾਲਜਿਸ ਹੈਗੇ ਨੇ ਜਿਨ੍ਹਾਂ ਦੇ ਕੋਰਸਿਸ ਜਿਹੜੇ ਨੇ, ਉਹਨਾਂ ਲਈ ਤੁਸੀਂ ਅਪਲਾਈ ਕਰਦੇ ਹੋ? ਹਾਂਜੀ ਬਿਲਕੁਲ, ਅਸੀਂ ਅਪਲਾਈ ਕਰਦੇ ਹਾਂ। ਤੁਸੀਂ ਆ ਕੇ ਸਾਡੇ ਨਾਲ ਜਿਹੜੇ ਵੀ ਉਹਨਾਂ ਦੇ ਵੱਖਰੇ ਵੱਖਰੇ ਖਿੱਤੇ ਨੇ ਉਹਦੇ ਲਈ ਤੁਸੀਂ ਆ ਕੇ 1 to 1 ਸਲਾਹ ਲੈ ਸਕਦੇ ਹੋ। ਅਗਰ ਮੈਂ ਗੱਲ ਕਰਾਂ ਆਸਟ੍ਰੇਲੀਆ ਦੇ ਲਈ ਐਲੀਜੀਬਿਲਿਟੀ ਕ੍ਰਾਈਟੇਰੀਆ, ਮੇਜਰ 4 ਸਬਜੈਕਟ ਜਿਹੜੇ ਹੁੰਦੇ ਨੇ, +2 ਤੋਂ ਬਾਅਦ ਦੀ ਗੱਲ ਕਰਾਂਗਾ, ਉਹਨਾਂ ਦੇ ਨੰਬਰ ਉਹ ਦੇਖਦੇ ਨੇ। ਅਪਰੋਕਸੀਮੇਟਲੀ ਨੰਬਰ 55% ਪਲੱਸ ਹੋਣੇ ਚਾਹੀਦੇ ਨੇ, ਪਹਿਲੀ ਚੀਜ਼। ਦੂਸਰੇ ਨੰਬਰ ਤੇ ਆਇਲਸ ਦੀ ਰਿਕੁਆਇਰਮੈਂਟ ਜਿਹੜੀ ਆਸਟ੍ਰੇਲੀਆ ਦੀ ਹੈ, ਅਗਰ ਉਹ ਬੈਚਲਰ ਡਿਗਰੀ ਲਈ ਹੈ ਤਾਂ ਉਹ 6 ਬੈਂਡ ਓਵਰਆਲ ਨਾਟ ਲੈਸ ਦੈਨ 5.5 ਨਾਲ ਹੋ ਜਾਂਦਾ। ਮਾਸਟਰ ਡਿਗਰੀ ਲਈ ਵੀ ਇਸੇ ਤਰ੍ਹਾਂ ਹੋ ਜਾਂਦਾ, ਔਰ ਸਪਾਊਸ ਮਾਸਟਰ ਡਿਗਰੀ ਵਾਲੇ ਬੱਚੇ ਨਾਲ ਹੀ ਜਾ ਸਕਦਾ, ਮਤਲਬ ਜਿਹੜਾ ਮਾਸਟਰ ਕਰਨ ਜਾ ਰਿਹਾ ਆਫਟਰ ਗ੍ਰੈਜੂਏਸ਼ਨ ਅੰਡਰਗ੍ਰੈਡ ਦੇ ਪ੍ਰੋਗਰਾਮ ਵਿੱਚ। ਡਿਪਲੋਮਾਜ਼ ਦੇ ਵਿੱਚ ਵੀਜ਼ਾ ਦੀ ਥੋੜ੍ਹੀ ਜਿਹੀ ਜਿਹੜੀ ਹੈ ਹੁਣੇ ਜੋ ਲੇਟੈਸਟ ਟ੍ਰੈਂਡ ਆ ਰਿਹਾ, ਜਾਂ ਜੋ ਲੇਟੈਸਟ ਅਪਡੇਟ ਆਇਆ, ਕੁਝ ਹਰਿਆਣੇ ਦੇ ਕੁਝ ਬੱਚਿਆਂ ਨੇ ਜਿਹੜਾ ਅਪਲਾਈ ਕੀਤਾ ਸੀ, ਉਹ ਕੁਝ ਫੇਕ ਡਾਕੂਮੈਂਟ ਲੱਗਣ ਨਾਲ ਬਹੁਤ ਸਾਰੇ ਬੱਚੇ ਉਹਨਾਂ ਨੇ ਫੜ ਲਏ ਤੇ ਉਹਨਾਂ ਨੂੰ ਬੜਾ ਡਿਪੋਰਟ ਕੀਤਾ ਜੀ ਉੱਥੋਂ, ਹੈ ਨਾ, ਬਹੁਤ ਸਾਰੇ ਬੱਚਿਆਂ ਨੂੰ। ਕੋਈ ਵੀ ਫੇਕ ਡਾਕੂਮੈਂਟ ਤੁਸੀਂ ਆਸਟ੍ਰੇਲੀਆ ਦੇ ਕੇਸ ਵਿੱਚ ਕਿਸੇ ਨੂੰ ਵੀ ਮਤਲਬ ਮੇਰੀ ਤਾਂ ਇਹ ਸਲਾਹ ਹੈ ਕਦੇ ਵੀ ਨਾ ਬੜਾਵਾ ਵੀ ਨਹੀਂ ਜੀ, ਅਸੀਂ ਤਾਂ ਬਹੁਤ ਦੂਰ ਦੀ ਗੱਲ ਹੈ। ਮੈਂ ਦੱਸਾਂਗਾ ਬਾਕੀ ਵੀ ਤੁਸੀਂ ਥੋੜਾ ਜਿਹਾ ਇਸ ਮਸਲੇ 'ਚ ਸਤਰਕ ਰਹੋ, ਕਿਉਂਕਿ ਅਗਰ ਤੁਹਾਡਾ ਕੋਈ ਵੀ ਡਾਕੂਮੈਂਟ ਇਹੋ ਜਿਹਾ ਲੱਗਦਾ, ਈਵਨ ਫੰਡਸ ਜਿਹੜੇ ਨੇ, ਉਹ ਫੰਡਸ ਦੇ ਲਈ ਵੀ ਤੁਹਾਡੇ ਨਾਲ ਦਿੱਕਤ ਆ ਸਕਦੀ ਹੈ। ਸੋ ਫੰਡ ਵੀ ਆਪਣੇ ਬਿਲਕੁਲ ਅੱਛੇ ਲਾਇਓ, ਜਾਂ ਫਿਰ ਤੁਸੀਂ ਕੈਟਾਗਰੀ 1 ਯੂਨੀਵਰਸਿਟੀਜ਼ ਨੂੰ ਹੀ ਅਪਲਾਈ ਕਰੋ। ਔਰ ਗੈਪ ਜਿਹੜਾ ਹੈ ਇਸ ਆਸਟ੍ਰੇਲੀਆ ਦੇ ਕੇਸ ਵਿੱਚ ਉਹ ਬਹੁਤ ਅਸੈਪਟ ਬਿਲਕੁਲ ਨਹੀਂ ਕਰਦੇ। ਆਫਟਰ +2 ਦਾ ਉਹ ਅੱਜ ਕੱਲ੍ਹ 21 ਦੇ ਬੱਚਿਆਂ ਨੂੰ ਹੀ ਲੈ ਰਹੇ ਨੇ, ਔਰ ਆਉਣ ਵਾਲੇ 4-5 ਮਹੀਨੇ ਤੋਂ ਬਾਅਦ ਉਹ ਫਿਰ 22 ਦੇ ਬੱਚਿਆਂ ਨੂੰ ਹੀ ਲੈਣਾ ਸਟਾਰਟ ਕਰ ਦੇਣਗੇ। ਸੋ ਅਗਰ ਤੁਸੀਂ ਉਹ ਗੈਪ ਨਹੀਂ ਚੱਲਦਾ ਜੀ, ਆਫਟਰ +2 ਦਾ ਬਿਲਕੁਲ ਨਹੀਂ ਚੱਲਦਾ। ਸਪੋਜ਼ ਕਿਸ ਨੇ +2 ਤੋਂ ਬਾਅਦ ਕਾਲਜ ਜੁਆਇਨ ਕਰ ਲਿਆ, ਲੇਕਿਨ ਹੁਣ ਉਹ ਤਾਂ ਮੰਨ ਰਿਹਾ ਕਿ ਮੈਂ ਆਸਟ੍ਰੇਲੀਆ ਚਲੇ ਜਾ ਸਕਦਾ ਹੈ, ਉਹਨੂੰ ਗੈਪ ਵਿੱਚ ਅਸੀਂ ਕਾਊਂਟ ਹੀ ਨਹੀਂ ਕਰਦੇ। ਗੈਪ ਦਾ ਮਤਲਬ ਹੁੰਦਾ ਤੁਸੀਂ ਕੁਝ ਨਹੀਂ ਕੀਤਾ, ਹੈ ਨਾ। ਸੋ ਅਗਰ ਤੁਸੀਂ ਬਿਲਕੁਲ ਸਿਸਟਮੈਟਿਕਲੀ ਸਮਝਾ ਸਕਦੇ ਹੋ ਕਿ ਤੁਸੀਂ ਇਸ ਪੀਰੀਅਡ ਦੌਰਾਨ ਆਪਣੀ ਐਨਰਜੀਜ਼ ਨੂੰ ਜਾਂ ਆਪਣੀ ਸਟੱਡੀਜ਼ ਨੂੰ ਸਾਹਮਣੇ ਰੱਖਦੇ ਹੋਏ ਕੁਛ ਨਾ ਕੁਛ ਪ੍ਰੋਗਰੈਸ ਕੀਤਾ, ਪ੍ਰੋਗਰੈਸ਼ਨ 'ਚ ਕੀਤਾ, ਤੇ ਫਿਰ ਉਹ ਗੈਪ ਵਿੱਚ ਕਾਊਂਟ ਨਹੀਂ ਹੋਏਗਾ, ਠੀਕ ਹੈ ਨਾ। ਉਹ ਤਾਂ ਫਿਰ ਜੇ ਕਿਸੇ ਨੇ ਦਾਖਲਾ ਲੈ ਲਿਆ, ਉਹ ਪੜ੍ਹ ਰਿਹਾ ਸੀ, ਹੈ ਨਾ, ਤਾਂ ਅਗਰ ਉਹ ਆਪਣੀ SOP 'ਚ ਬਹੁਤ ਅੱਛੀ ਤਰ੍ਹਾਂ ਦੱਸ ਦਿੰਦਾ ਤਾਂ ਠੀਕ ਹੈ। ਹਾਂ, ਅਗਰ ਕੋਈ ਗ੍ਰੈਜੂਏਸ਼ਨ ਤੋਂ ਬਾਅਦ ਗੈਪ ਦੀ ਗੱਲ ਕਰਦਾ ਤਾਂ ਉਹਦੇ 'ਚ ਤੁਹਾਡੇ ਮਤਲਬ ਕੋਈ ਵੀ ਜੌਬ ਤੁਸੀਂ ਕੀਤੀ ਹੋਏਗੀ, ਜਾਂ ਕਿਤੇ ਨਾ ਕਿਤੇ ਕੋਈ ਟ੍ਰੇਨਿੰਗ ਕਰ ਰਹੇ ਆ, ਜਾਂ ਕਿਸੇ ਪ੍ਰੋਗਰਾਮ ਵਿੱਚ ਪਾਰਟੀਸਪੇਟ ਕੀਤਾ, ਸੋ ਇਹੋ ਜਿਹੇ ਪ੍ਰੂਫ ਤੁਹਾਡੇ ਚੱਲ ਜਾਣਗੇ, ਤੇ ਤੁਸੀਂ ਆਫਟਰ ਗ੍ਰੈਜੂਏਸ਼ਨ ਵਿਦ ਸਪਾਊਸ ਵੀ ਜਾ ਸਕਦੇ ਹੋ। ਆਸਟ੍ਰੇਲੀਆ ਦੀ ਅਗਰ ਮੈਂ ਖਰਚੇ ਦੀ ਗੱਲ ਕਰਾਂ ਤਾਂ ਉੱਥੇ ਫੰਡ ਇੱਕ ਦਿਖਾਣੇ ਪੈਣਗੇ ਤੁਹਾਨੂੰ, ਔਰ ਉੱਥੇ GIC ਜੈਸੀ ਕੋਈ ਚੀਜ਼ ਨਹੀਂ ਹੁੰਦੀ। ਕਿੰਨੇ ਪੁਰਾਣੇ ਜੀ, ਔਰ ਐਵਰੇਜ ਫੀਸ ਕਿੰਨੀ ਹੈਗੀ? ਆਸਟ੍ਰੇਲੀਆ ਦੀ ਐਵਰੇਜ ਫੀਸ ਜਿਹੜੀ ਯੂਨੀਵਰਸਿਟੀ ਦੀ ਹੈ ਜੀ, ਉਹ ਤਾਂ ਆ ਜਾਏਗੀ ਲਗਭਗ 25 ਤੋਂ 30 ਹਜ਼ਾਰ ਦੇ ਵਿੱਚ ਸਾਲਾਨਾ ਫੀਸ ਹੀ ਫੀਸ ਹੈ ਜੀ, ਤੇ ਹਾਫ ਈਅਰਲੀ ਦੇ ਕੇ ਵੀ ਤੁਸੀਂ ਜਾ ਸਕਦੇ ਹੋ, ਠੀਕ ਹੈ। ਤਾਂ ਤੁਸੀਂ ਐਵਰੇਜਲੀ ਲੈ ਲਓ ਵੀ 12 ਤੋਂ $15,000 ਦੇ ਵਿੱਚ ਤੁਹਾਡਾ ਸਮੈਸਟਰ ਵਾਈਜ਼ ਫੀਸ ਚਲੇ ਜਾਏਗੀ, ਤੇ ਤੁਸੀਂ ਸਮੈਸਟਰ ਵਾਈਜ਼ ਫੀਸ ਦੇ ਕੇ ਜਾ ਸਕਦੇ ਹੋ। ਔਰ ਦੂਸਰਾ, ਇੱਥੇ GIC ਜੈਸੀ ਕੋਈ ਚੀਜ਼ ਨਹੀਂ ਹੁੰਦੀ, ਬਟ ਹਾਂ ਤੁਹਾਨੂੰ ਫੰਡਸ ਜਿਹੜੇ ਨੇ ਉਹ ਐਵਰੇਜਲੀ ਕੋਸ਼ਿਸ਼ ਇਹ ਕਰਨੀ ਚਾਹੀਦੀ ਕਿ 3 ਮਹੀਨੇ ਤੱਕ ਤੁਹਾਡੇ ਕੋਲ ਫੰਡ ਅਵੇਲੇਬਲ ਹੋਣ। ਨਹੀਂ, ਕੁਝ ਯੂਨੀਵਰਸਿਟੀਆਂ 1 ਮਹੀਨੇ GT ਤੁਹਾਨੂੰ ਕਲੀਅਰ ਕਰਨਾ ਪਏਗਾ। GT ਹੁੰਦਾ ਜੈਨੂਇਨ ਟੈਂਪਰੇਰੀ ਇੰਟਰੈਂਸ। ਇਹ ਇੱਕ ਤਰ੍ਹਾਂ ਦਾ ਮਤਲਬ ਇਮੀਗ੍ਰੇਸ਼ਨ ਪ੍ਰੋਗਰਾਮ ਹੈ ਜਿਹੜਾ ਕਿ ਯੂਨੀਵਰਸਿਟੀਜ਼ ਨਾਲ ਮਿਲ ਕੇ ਅੰਬੈਸੀ ਰਨ ਕਰਦੀ ਹੈ, ਤਾਂ ਕਿ ਉਹ ਦੇਖਦੇ ਨੇ ਵੀ ਇਹ ਬੱਚਾ ਜਿਹੜਾ ਹੈ ਜੈਨੂਇਨ ਟੈਂਪਰੇਰੀ ਇੰਟਰੈਂਸ ਇਹਨੂੰ ਦਿੱਤਾ ਜਾਏ ਜਾਂ ਨਾ ਦਿੱਤਾ ਜਾਏ। ਉਸ ਕੇਸ ਦੇ ਵਿੱਚ ਉਹ ਫੰਡਸ ਮਤਲਬ ਫਾਈਨੈਂਸ਼ੀਅਲ ਅਵੇਲਿਟੀ ਦੇਖਦੇ ਨੇ
ਪੇਰੈਂਟਸ ਦੀ ਜਾਂ ਜੋ ਵੀ ਸਪਾਂਸਰ ਕਰ ਰਿਹਾ ਕਿ ਇਹ ਬੱਚੇ ਨੂੰ ਪੜ੍ਹਾਉਣ ਦੇ ਲਈ ਕੈਪੇਬਲ ਹੈ ਜਾਂ ਬੱਚਾ ਆਪਣੇ ਆਪ ਨੂੰ ਪੜ੍ਹਾਉਣ ਦੇ ਲਈ ਕੈਪੇਬਲ ਹੈ, ਉਹਦੇ ਕੋਲ ਇੰਨੇ ਫੰਡ ਨੇ। ਉਹਦੇ 'ਚ ਉਹ ਫਾਈਨਾਂਸ ਤਾਂ ਦੇਖਦੇ ਨੇ ਕਿ ਤੁਹਾਡੇ ਕਿੰਨਾ ਫੰਡ ਅਵੇਲੇਬਲ ਹੈ, ਨਾਲ ਇਹ ਵੀ ਦੇਖਦੇ ਨੇ ਵੀ ਜਿਹੜੀ ਅਰਨਿੰਗ ਹੈ, ਮੀਨਸ ਤੁਹਾਡੀ ਇਨਕਮ ਹੈ ਉਹ ਕਿੰਨੀ ਹੈ, ਔਰ ਉਹ ਇਨਕਮ ਜਿਹੜੀ ਹੈ ਫੈਮਿਲੀ ਦੀ ਇਨਕਮ ਦੇਖਦੇ ਨੇ। ਉਹ ਦੇਖੋ ਜੀ, ਨਾਨਾ ਨਾਨੀ ਹੋ ਸਕਦਾ ਹੈ, ਦਾਦਾ ਦਾਦੀ ਦੀ ਵੀ ਹੈ ਨਾ, ਉਹ ਵੀ ਸਪਾਂਸਰ ਕਰ ਸਕਦੇ ਨੇ। ਕੋਈ ਵੀ ਫਸਟ ਬਲੱਡ ਜਿਹੜਾ ਉਹ ਇਹਦੇ 'ਚ ਕੰਸੀਡਰ ਕਰ ਲਿਆ ਜਾਂਦਾ, ਸੋ ਉਹ ਫੰਡ ਦਿਖਾ ਸਕਦੇ ਨੇ। ਬਟ ਹਾਂ, ਇਨਕਮ ਉਹ ਜਸਟੀਫਾਈਬਲ ਹੋਏ, ਉਹਦੇ ਕਿੰਨੇ ਬੱਚੇ ਨੇ, ਫਿਰ ਉਹ ਕਿੰਨੇ ਪੜ੍ਹਾਉਣ ਨੂੰ ਭੇਜ ਰਿਹਾ, ਇਹ ਸਾਰੀਆਂ ਚੀਜ਼ਾਂ ਕੁਝ ਇਹ ਨਾ ਕਿ ਦਰਜਨ ਦੇ ਕਰੀਬ ਬੱਚਿਆਂ ਨੂੰ ਅਡਾਪਟ ਕੀਤਾ, ਬਹੁਤ ਔਖਾ ਹੋ ਜਾਂਦਾ ਜੀ, ਹੈ ਨਾ। ਅੰਬੈਸੀ ਇਹਨਾਂ ਚੀਜ਼ਾਂ ਨੂੰ ਨੋਟ ਕਰਦੀ ਹੈ। ਇੱਕ ਸਰ ਕਨਫਿਊਜ਼ਨ ਹੈ, ਮੈਂ ਚਾਹੁੰਦਾ ਤੁਸੀਂ ਕਲੀਅਰ ਕਰੋ, ਕਿਉਂਕਿ ਮੇਰੀ ਫੈਮਿਲੀ 'ਚੋਂ ਜਾਂ ਕੋਈ ਪੁੱਛ ਰਿਹਾ ਸੀ ਕਿ ਇੰਗਲੈਂਡ ਜਾਣਾ ਚਾਹੁੰਦੇ ਨੇ ਉਹ, ਪਰ 2018 ਵਿੱਚ ਉਹਨਾਂ ਨੇ +2 ਕੀਤੀ, ਉਸ ਤੋਂ ਬਾਅਦ ਕੋਵਿਡ ਕਰਕੇ, ਇਹ ਉਹਨਾਂ ਦਾ ਤਰਕ ਹੈ ਕਿ ਕੋਵਿਡ ਆ ਗਿਆ ਸੀ। ਕੋਵਿਡ ਹਾਲਾਂਕਿ 2020 'ਚ ਇੱਥੇ ਥੋੜ੍ਹਾ ਜ਼ਿਆਦਾ ਹਾਈਪਰ ਹੋਇਆ ਕਿ 19 ਵਿੱਚ ਉਹ ਪੜ੍ਹਾਈ ਨਹੀਂ ਕਰ ਪਾਏ, 20 'ਚ ਕੋਵਿਡ ਆ ਗਿਆ, ਪਰ ਹੁਣ ਉਹ ਇੰਗਲੈਂਡ ਜਾਣਾ ਚਾਹੁੰਦੇ ਨੇ, 22 ਚੱਲ ਰਿਹਾ। ਕੋਈ ਹੈ ਵੇ ਆਊਟ ਉਹਨਾਂ ਦਾ ਬਣਨ ਦਾ ਵੀਜ਼ਾ? ਸਾਰੇ ਦਿਨੇਸ਼ ਜੀ ਨੇ ਸਾਰੇ ਕੁਐਸਚਨ ਪੁੱਛ ਹੀ ਲਏ ਨੇ ਆਪਣੀ ਫੈਮਿਲੀ ਤੇ ਲਗਾ ਕੇ ਸਾਰਿਆਂ ਲਈ। ਅਗਰ ਮੈਂ 2018 ਦੀ ਗੱਲ ਕਰਾਂ, ਅਗਰ ਉਹ +2 ਤੋਂ ਬਾਅਦ ਹੈ, ਦੈਨ ਡੈਫੀਨੇਟਲੀ ਹੀ ਨੀਡ ਟੂ ਐਕਸਪਲੇਨ, ਉਹਨੂੰ ਦੱਸਣਾ ਪਏਗਾ ਕਿ ਉਹਨੇ ਉਸ ਪੀਰੀਅਡ ਵਿੱਚ ਕੀ ਕੀਤਾ ਸੀ। ਪਰ ਉਹਨਾਂ ਨੂੰ ਕਿਸੇ ਜਸਟੀਫਾਈਡ, ਪਰ ਉਹਨਾਂ ਨੂੰ ਕਿਸੇ ਓਵਰਸੀਜ਼ ਕੰਸਲਟੈਂਸੀ ਨੇ ਕਿਹਾ ਕਿ ਤੁਹਾਡਾ ਹੋ ਜਾਏਗਾ। ਹਾਂਜੀ, ਹੋ ਜਾਏਗਾ, ਇੱਕ ਵੱਖਰੀ ਚੀਜ਼ ਹੈ ਭਾਜੀ, ਉਹ ਵੀ ਜਸਟੀਫਾਈ ਹੀ ਕਰ ਰਹੇ ਹੋਣਗੇ, ਜੋ ਵੀ ਮੇਰੇ ਨੋਬਲ ਦੋਸਤ ਉਹਨਾਂ ਨੂੰ ਸੁਜੈਸਟ ਕਰ ਰਹੇ ਨੇ, ਹੈ ਨਾ, ਮੇਰੇ ਟ੍ਰੇਡ ਪਾਰਟਨਰਸ। ਆਈ ਵਾਂਟ ਕਿ ਇੱਕ ਰਾਈਟ ਪਾਥ ਤੇ ਹੋਵੇ, ਇਹ ਨਹੀਂ ਕਿ ਉਹ ਵਿੱਚ ਉਹਨਾਂ ਦੀ ਫਾਈਲ ਫਸ ਜਾਵੇ, ਬਾਅਦ ਚ ਵਿਦਡਰਾਅ ਕਰਾਉਣਾ ਮੁਸ਼ਕਿਲ ਹੋ ਜਾਵੇ। ਤਾਂ ਇਸ ਲਈ ਸਹੀ ਸਲਾਹ ਹੀ ਅਸੀਂ ਚਾਹੁੰਦੇ ਕਿ ਤੁਹਾਡੇ ਤੋਂ ਤੁਸੀਂ ਔਨ ਕੈਮਰਾ ਮੇਰੇ ਤੋਂ ਕ੍ਰਾਈਮ ਕਰਾਉਣਾ ਚਾਹੁੰਦੇ ਹੋ, ਜਿਹੜਾ ਕਿ ਮੈਂ ਨਹੀਂ ਕਰਾਂਗਾ। ਮੈਂ ਸਾਫ਼ ਦੱਸ ਰਿਹਾ ਕਿ ਹਾਂ, ਹਰ ਹਾਲਤ ਵਿੱਚ ਹਰ ਚੀਜ਼ ਦੇ ਕੁਝ ਰਸਤੇ ਹੁੰਦੇ ਨੇ। ਤੁਸੀਂ ਆ ਕੇ ਅਗਲੇ ਨਾਲ ਗੱਲ ਕਰ ਰਹੇ ਹੋ ਤਾਂ ਠੀਕ ਹੀ ਹੋਣਾ। ਉਹਨਾਂ ਨੇ ਕਿਸੇ ਕਾਲਜ 'ਚ ਐਡਮਿਸ਼ਨ ਲਈ ਸੀ, ਬਟ ਉਹਨਾਂ ਨੇ ਫਿਰ ਡਿਗਰੀ ਵੀ ਪੂਰੀ ਨਹੀਂ ਕੀਤੀ। ਮੋਸਟ ਆਫ ਕੇਸਿਸ 'ਚ ਅੱਜ ਦੀ ਡੇਟ 'ਚ ਇੰਗਲੈਂਡ ਦਾ ਮਤਲਬ ਜਿਹੜਾ ਸਿਸਟਮ ਹੈ, ਉਹਦੇ ਹਿਸਾਬ ਨਾਲ ਤੁਸੀਂ ਦਿਮਾਗ 'ਚ ਰੱਖੋ ਵੀ ਕੋਈ ਵੀ ਕਾਲਜ ਜਿਹੜਾ ਪ੍ਰਾਈਵੇਟ ਹੈ ਉੱਥੇ ਉਹ ਐਲੀਜੀਬਲ ਹੀ ਨਹੀਂ ਹੈ, ਠੀਕ ਹੈ ਨਾ, ਰਿਕਰੂਟ ਕਰਨ ਲਈ। ਸੋ ਇੰਗਲੈਂਡ ਦੇ ਵਿੱਚ ਮੋਸਟਲੀ ਯੂਨੀਵਰਸਿਟੀਜ਼, ਯੂਕੇ ਦਾ ਮਤਲਬ ਯੂਨੀਵਰਸਿਟੀ 'ਚ ਜਾਓ, ਜਾਂ ਯੂਨੀਵਰਸਿਟੀ ਸਪਾਂਸਰਡ ਕਾਲਜ ਨੇ ਜਿਹੜੇ ਉਹਨਾਂ ਦੇ ਆਪਣੇ ਕਾਲਜ ਨੇ, ਉਹਨਾਂ ਵਿੱਚ ਹੀ ਅਪਲਾਈ ਕਰੋ। ਔਰ ਦੂਸਰੇ ਨੰਬਰ 'ਤੇ ਕੋਈ ਵੀ ਫਰਾਡੂਲੈਂਟ ਡਾਕੂਮੈਂਟ ਨਾ ਲਗਾਓ, ਵਰਨਾ ਉਹ ਕਹਿਣਾ ਹੈ ਨਾ ਤੁਹਾਨੂੰ ਸੁਜੈਸਟ ਨਹੀਂ ਕਰਦੇ। ਹਾਂਜੀ ਹਾਂਜੀ, ਮਤਲਬ ਸਰ, ਪਰ ਇੱਕ ਸਵਾਲ ਬਹੁਤ 420 ਹੁੰਦੀ, ਉੱਥੇ ਉਹ 320 ਲਗਾਉਂਦੇ ਨੇ, ਔਰ 320 ਲਗਾ ਕੇ ਬੈਨ ਲਗਾਉਂਦੇ ਨੇ, ਤੁਸੀਂ ਦੁਬਾਰਾ ਫਿਰ 10 ਸਾਲ ਲਈ ਅਪਲਾਈ ਨਹੀਂ ਕਰ ਪਾਓਗੇ। ਪਰ ਸਰ ਇੱਕ ਸਵਾਲ ਬਹੁਤ ਜ਼ਰੂਰੀ ਹੈ, ਕਿਉਂਕਿ ਦੇਖੋ ਕੋਵਿਡ ਦਾ ਜਿਹੜਾ ਸਿਨੈਰੀਓ ਰਿਹਾ, ਜਿਹੜੀ ਫਾਈਨੈਂਸ਼ੀਅਲ ਕੰਡੀਸ਼ਨ ਸੀ ਆਮ ਬੰਦੇ ਦੀ, ਉਹ ਬੜੀ ਸਲੱਗਿਸ਼ ਹੋ ਗਈ ਸੀਗੀ। ਔਰ ਹੁਣ ਜਿਹੜੇ ਬੱਚੇ ਆ, ਦੇ ਨੀਡ ਅ ਸੈਕਿੰਡ ਵਿੰਡ, ਉਹਨਾਂ ਨੂੰ ਦੂਜੀ ਵਿੰਡ ਚਾਹੀਦੀ ਹੈ, ਸੈਕਿੰਡ ਮੌਕਾ ਚਾਹੀਦਾ। ਪਰ ਹੁਣ ਕੋਵਿਡ ਤੋਂ ਬਾਅਦ, ਕਿਉਂਕਿ ਐਪੀਡੈਮਿਕ ਸੀ, ਵਨਸ ਇਨ ਅ ਸੈਂਚੁਰੀ ਹੁੰਦਾ ਆ, ਜਿਹੜੇ ਬੱਚੇ ਨਹੀਂ ਹੁਣ ਮੈਚ ਕਰ ਪਾ ਰਹੇ, ਉਹਨਾਂ ਨੂੰ ਪੜ੍ਹਾਈ ਨਹੀਂ ਕਰ ਹੋਈ, ਔਰ ਗੈਪ ਨਾ ਚਾਹੁੰਦੇ ਹੋਏ ਵੀ ਪੈ ਗਏ, ਕਿਉਂਕਿ ਫੈਮਿਲੀ ਕੋਲ ਕਈ ਵੇਲੇ ਨਹੀਂ ਬਜਟ ਹੁੰਦਾ ਬੱਚੇ ਨੂੰ ਪੜ੍ਹਾ ਸਕਣ। ਹੁਣ ਉਹ ਦੁਆਰਤੀ ਪੈਰਾਂ ਤੇ ਆ ਰਹੇ ਆ, ਲੋਨ ਲੈ ਕੇ ਵਿਦੇਸ਼ ਜਾਣਾ ਚਾਹੁੰਦੇ, ਉਹਨਾਂ ਨੂੰ ਕੀ ਕਰਨਾ ਚਾਹੀਦਾ? ਕਿਉਂਕਿ ਦੇਖੋ, ਇਹ ਕੰਡੀਸ਼ਨ ਹੀ ਇਹੋ ਜਿਹੀ ਹੈਗੀ, ਕਾਲਜ ਬੰਦ ਹੋ ਗਏ ਸੀ, ਸਾਡੇ ਇੱਥੇ ਵੋਟਾਂ ਹੋ ਰਹੀਆਂ ਸੀ, ਲੇਕਿਨ ਕਾਲਜ ਸਕੂਲ ਬੰਦ ਸੀ। ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ। ਮੈਂ ਪਹਿਲਾਂ ਤਾਂ ਇਹ ਸੁਜੈਸਟ ਕਰਾਂਗਾ ਕਿ ਉਹ ਮਤਲਬ ਆਸਟ੍ਰੇਲੀਆ ਨੂੰ ਕੰਸੀਡਰ ਨਾ ਕਰਨ, ਉਹ ਮੋਸਟਲੀ ਕੰਸੀਡਰ ਕਰਨ ਤਾਂ ਯੂਕੇ ਨੂੰ ਕੰਸੀਡਰ ਕਰਨ। ਦੂਸਰੇ ਨੰਬਰ 'ਤੇ ਕੁਛ ਨਾ ਕੁਛ ਜ਼ਰੂਰ ਕੀਤਾ ਹੋਏਗਾ ਉਸ ਬੱਚੇ ਨੇ। ਕੁਐਸਚਨ ਇਹ ਹੈ ਕਿ ਇੰਗਲੈਂਡ ਲੈ ਕਰ ਜਾਣਾ, ਮੰਨ ਲਓ 1-2 ਸਾਲ ਦਾ ਗੈਪ ਵੀ ਆ, ਤਾਂ ਉਹਦੇ ਲਈ ਇਹ ਮੈਂਡੇਟਰੀ ਹੈ ਕਿ ਉਹਨਾਂ ਦੇ ਆਇਲਸ ਬੈਂਡ ਹੋਣੇ ਚਾਹੀਦੇ, ਵਿਦ ਔਰ ਵਿਦਆਊਟ ਆਇਲਟਸ ਹੁੰਦਾ ਕਿ ਵਿਦਆਊਟ ਆਇਲਸ ਹੋ ਜਾਂਦਾ ਜੀ। ਵਿਦਆਊਟ ਆਇਲਸ ਮਤਲਬ ਵਿਦਆਊਟ ਆਇਲਸ ਜਿਹੜਾ ਹੈਗਾ, ਅਗਰ ਤੁਹਾਡੇ 70%, ਈਵਨ ਕੁਝ ਯੂਨੀਵਰਸਿਟੀਆਂ 65 ਲੈ ਰਹੀਆਂ, ਬਟ ਯੈਸ ਯੂ ਮਸਟ ਬੀ ਪ੍ਰੀਪੇਅਰ ਟੂ ਫੇਸ ਦਾ ਇੰਟਰਵਿਊ। ਬੱਚਾ ਜਿਹੜਾ ਹੈ ਉਹ ਇੰਟਰਵਿਊ ਫੇਸ ਕਰਨ ਲਈ ਰੈਡੀ ਹੋਏ। ਐਵੇਂ ਨਾ ਹੋਏ ਕਿ ਉਹਨੇ ਅਪਲਾਈ ਕਰ ਦਿੱਤਾ ਤੇ ਕੱਲ ਨੂੰ ਇੰਟਰਵਿਊ ਇਨ ਕੇਸ ਆ ਗਿਆ ਅੰਬੈਸੀ ਦਾ, ਤਾਂ ਉਹਦਾ ਕੋਈ ਫਿਰ ਬਾਈਪਾਸ ਨਹੀਂ ਹੋਣਾ। ਤੁਸੀਂ ਆਪਣੇ ਆਪ ਨੂੰ ਪ੍ਰਿਪੇਅਰ ਰੱਖੋ, ਅਗਰ ਤੁਹਾਡਾ ਹੋ ਜਾਂਦਾ ਹੈ ਤਾਂ ਜ਼ਰੂਰ ਕੋਸ਼ਿਸ਼ ਕਰੋ। ਸਾਡੇ ਕੋਲ ਵੀ ਬਿਲਕੁਲ ਜੀ ਇਹ ਲੱਗਣਾ ਚਾਹੀਦਾ। ਜਿਹੜੇ ਵੀ ਕੁਐਸਚਨਸ ਅਗਰ ਅੰਬੈਸੀ ਪੁੱਛੇਗੀ, ਇਨ ਵਨ ਕੇਸ ਇੰਟਰਵਿਊ ਆ ਗਿਆ ਤੇ ਉਹ ਤੁਹਾਨੂੰ ਬਹੁਤ ਥੋਰਲੀ ਮਤਲਬ ਕੈਮਰੇ ਦੇ ਸਾਹਮਣੇ ਤਿਆਰੀ ਕਰਵਾ ਦਿੰਦੇ ਤੁਸੀਂ? ਅਸੀਂ ਬਿਲਕੁਲ ਤਿਆਰੀ ਕਰਵਾਉਂਦੇ ਹਾਂ ਜੀ, ਔਰ ਅਸੀਂ ਕਿਸੇ ਬੱਚੇ ਨੂੰ ਇਹ ਨਹੀਂ ਕਹਿੰਦੇ ਵੀ ਬਿਲਕੁਲ ਇੰਟਰਵਿਊ ਨਹੀਂ ਆਏਗਾ ਜਾਂ ਇਹੋ ਜਿਹਾ ਕੁਝ ਨਹੀਂ ਹੋਏਗਾ। ਮੈਂ ਫਿਰ ਦੱਸਦਾ, ਤੁਸੀਂ ਚਾਂਸ ਲੈਣਾ ਤੁਸੀਂ ਜ਼ਰੂਰ ਲਓ। ਵਿਦਆਊਟ ਆਇਲਸ ਸਾਰੀਆਂ ਆਪਸ਼ਨ ਸਾਡੇ ਕੋਲ ਵੀ ਅਵੇਲੇਬਲ ਨੇ, ਤੁਸੀਂ ਆ ਕੇ ਸਾਡੇ ਨਾਲ ਗੱਲ ਕਰ ਸਕਦੇ ਹੋ। ਬਟ ਵਿਦਆਊਟ ਆਇਲਸ ਦਾ ਮਤਲਬ ਇਹ ਬਿਲਕੁਲ ਨਹੀਂ ਹੈ ਕਿ ਤੁਹਾਨੂੰ ਬਿਲਕੁਲ ਇੰਟਰਵਿਊ ਨਹੀਂ ਆਏਗਾ। ਤੁਹਾਨੂੰ ਇੰਟਰਵਿਊ ਦੀ ਤਿਆਰੀ ਰੱਖਣੀ ਜ਼ਰੂਰੀ ਹੈ, ਹਰ ਹਾਲਤ 'ਚ ਰੱਖਿਓ। ਤੁਹਾਡੇ ਪੈਸੇ ਲੱਗੇ ਹੋਏ ਨੇ, ਤੁਹਾਡਾ ਫਿਊਚਰ ਲੱਗਿਆ ਹੋਇਆ। ਕੱਲ੍ਹ ਨੂੰ ਤੁਸੀਂ ਕਹੋਗੇ ਵੀ ਨਹੀਂ ਯਾਰ ਮੈਨੂੰ ਦੱਸਿਆ ਨਹੀਂ ਸੀ ਗਿਆ, ਤੁਸੀਂ ਆਪਣੇ ਆਪ ਨੂੰ ਪ੍ਰਿਪੇਅਰ ਰੱਖੋ ਜੀ। ਇੰਟਰਵਿਊ ਆਏ ਨਾ ਆਏ, ਦੈਟਸ ਔਨ ਲੱਕ। ਪਰਮਾਤਮਾ ਕਰੇ ਤੁਹਾਡਾ ਨਾ ਆਏ, ਤੁਹਾਡਾ ਸੁਪਨਾ ਇੱਕਦਮ ਸਟੇਟ ਵਿੱਚ ਚਲਾ ਜਾਏ, ਬਟ ਇਨ ਕੇਸ ਆ ਗਿਆ ਤਾਂ ਫਿਰ ਕੋਈ ਵੀ ਏਜੰਟ, ਕੋਈ ਵੀ ਉਹਦੇ 'ਚ ਇੰਟਰਵਿਊ ਨਹੀਂ ਕਰ ਸਕਦਾ। ਉਹ ਹਰ ਹਾਲਤ ਦੇ ਵਿੱਚ ਇੰਟਰਵਿਊ ਹੋਏਗਾ ਔਰ ਤੁਹਾਡਾ ਰਿਜ਼ਲਟ ਉਸ ਇੰਟਰਵਿਊ ਦੇ ਬੇਸ 'ਤੇ ਮਿਲੇਗਾ। ਇਸ ਲਈ ਕੀਪ ਯੋਰਸੈਲਫ ਪ੍ਰੋਪਰਲੀ ਪ੍ਰੀਪੇਅਰਡ। ਠੀਕ ਹੈ, ਤਾਂ ਦਰਸ਼ਕੋ ਤੁਹਾਨੂੰ ਅੱਜ ਦਾ ਐਪੀਸੋਡ ਕਿਵੇਂ ਲੱਗਿਆ ਤੁਸੀਂ ਜ਼ਰੂਰ ਕਮੈਂਟ ਕਰ ਦੇਣਾ। ਤੁਹਾਡੇ ਹੋਰ ਜਿਹੜੇ ਸਵਾਲ ਆ
ਉਹ ਵੀ ਕਮੈਂਟ ਸੈਕਸ਼ਨ ਵਿੱਚ ਭੇਜ ਦੇਣੇ ਆ, ਤੇ ਸਾਨੂੰ ਜੇ ਹੋ ਸਕੇ ਤਾਂ ਮੈਸੇਂਜਰ 'ਤੇ ਹੀ ਭੇਜ ਦਿਓ। ਅਸੀਂ ਨੈਕਸਟ ਇੰਟਰਵਿਊ ਸੈਸ਼ਨ ਵਿੱਚ ਜ਼ਰੂਰ ਤੁਹਾਡੇ ਕੁਐਸਚਨ ਲਵਾਂਗੇ। ਸਰ ਜਾਂਦੇ ਜਾਂਦੇ ਜ਼ਰੂਰ ਦੱਸ ਦਿਓ ਕਿ ਅਗਲੀ ਇੰਟਰਵਿਊ ਵਿੱਚ ਅਸੀਂ ਕਿਹੜੇ ਨਵੇਂ ਖੁਲਾਸੇ ਕਰਨ ਜਾ ਰਹੇ ਹਾਂ। ਖੁਲਾਸੇ ਇਨ ਦਾ ਸੈਂਸ ਕਿ ਬੱਚਿਆਂ ਨੂੰ ਕੀ ਅੱਛੀ ਚੀਜ਼ ਦੇ ਰਹੇ ਜਿਹਦੇ ਕਰਕੇ ਥੋੜ੍ਹਾ ਜਿਹਾ ਉਹਨਾਂ ਦੇ ਜਿਹੜੇ ਮਾਈਂਡ 'ਤੇ ਜਿਹੜੀ ਮੱਥੇ ਦੀ ਜਿਹੜੀ ਸ਼ਿਕਨ ਹੈ ਉਹ ਦੂਰ ਹੋ ਸਕੇ ਕਿ ਬਾਹਰ ਜਾਣਾ ਇੰਨਾ ਵੀ ਕੋਈ ਔਖਾ ਨਹੀਂ, ਕਿਉਂਕਿ ਤੁਹਾਨੂੰ ਪਤਾ ਹੈ ਕਿ ਹਾਲ ਦੀ ਘੜੀ ਰੁਝਾਨ ਟੈਂਡੈਂਸੀ ਜਿਹੜੀ ਆ ਉਹ ਵਿਦੇਸ਼ ਵੱਲ ਹੀ ਆ। ਭਾਜੀ ਮੈਂ ਸਨਸਨੀਖੇਜ਼ ਖੁਲਾਸਾ ਕੋਈ ਨਹੀਂ ਕਰਨ ਜਾ ਰਿਹਾ। ਤੇ ਦੁਨੀਆ ਛੋਟੀ ਹੋ ਰਹੀ ਹੈ ਜੀ। ਦੁਨੀਆ ਛੋਟੀ ਹੋਣ ਦਾ ਮਤਲਬ ਲੋਕ ਅੱਗੇ ਨਾਲੋਂ ਵੱਧ ਫੋਰਨ ਜਾਇਆ ਕਰਨਗੇ ਜਾਂ ਫੋਰਨਰ ਇੱਥੇ ਆਇਆ ਕਰਨਗੇ। ਦੁਨੀਆ ਛੋਟੀ ਹੋ ਰਹੀ ਹੈ, ਸਿਕੜ ਰਹੀ ਹੈ, ਔਰ ਆਪਸ ਵਿੱਚ ਕਮਿਊਨੀਕੇਸ਼ਨ ਔਰ ਇਹ ਗੈਪ ਖਤਮ ਹੋ ਰਹੇ ਨੇ, ਔਰ ਆਉਣ ਵਾਲਾ ਫਿਊਚਰ ਚੰਗਾ ਹੀ ਚੰਗਾ ਹੈ। ਠੀਕ ਹੈ। ਔਰ ਅੱਜ ਦੀ ਡੇਟ ਵਿੱਚ ਬਾਹਰ ਜਾਣ ਲਈ ਪਹਿਲਾਂ ਉਹ ਜਿਵੇਂ ਡੌਂਕੇ ਲਾ ਕੇ ਜਾਂਦੇ ਸੀਗੇ ਨਾ ਸਾਰੇ, ਸੋ ਉਹ ਕੰਮ ਨਹੀਂ ਹੈ। ਸਿਸਟਮੈਟਿਕ ਵੇ ਹੈਗੇ ਨੇ ਹਰ ਚੀਜ਼ ਦੇ। ਇਹੋ ਜਿਹਾ ਕੋਈ ਚੀਜ਼ ਨਹੀਂ ਹੁੰਦੀ ਕਿ ਤੁਸੀਂ ਕੋਈ ਹਨੇਰੀ ਗੁਫਾ 'ਚ ਬੰਦ ਹੋ ਜਾਓਗੇ ਜਾਂ ਫਿਰ ਤੁਹਾਡਾ ਕਦੇ ਵੀਜ਼ਾ ਨਹੀਂ ਲੱਗੇਗਾ। ਇਹੋ ਜਿਹਾ ਕੁਛ ਨਹੀਂ ਹੈ। ਦੇਅਰ ਆਰ ਲੋਟ ਮੈਨੀ ਮਾਂ ਥੋੜੇ ਮਾਰੇ ਹਾਂ, ਕੋਈ ਦਿੱਕਤ ਨਹੀਂ, ਸਭ ਜਾ ਸਕਦੇ ਆ ਜੀ। ਤੇ ਹਾਂ, ਹਰ ਚੀਜ਼ ਦਾ ਮਤਲਬ ਇਹ ਹੋ ਸਕਦਾ ਕਿ ਤੁਸੀਂ ਹਾਂ ਥੋੜ੍ਹਾ ਬਹੁਤ ਰੂਟ ਚੇਂਜ ਕਰ ਲਓ ਜਾਂ ਥੋੜ੍ਹਾ ਬਹੁਤ ਟਾਈਮ ਕੈਲਕੂਲੇਸ਼ਨ ਤੁਹਾਡੀ ਚੇਂਜ ਹੋ ਜਾਏ। ਤੁਹਾਡਾ ਵੀਜ਼ਾ ਰਿਫਿਊਜ਼ ਹੋਇਆ, ਤੁਸੀਂ ਆ ਕੇ ਗੱਲ ਕਰ ਸਕਦੇ ਹੋ। ਦੇਅਰ ਆਰ ਵੇਜ਼। ਉਹ ਕੈਲਕੂਲੇਸ਼ਨ ਤੇ ਫ੍ਰੀਕੁਐਂਸੀ ਤੁਸੀਂ ਮੈਚ ਕਰਨੀ ਆ। ਔਰ ਜਿਹੜੀ ਆਪਾਂ ਪਹਿਲਾਂ ਵੀ ਗੱਲ ਅਕਸਰ ਹੀ ਕਰਦੇ ਹਾਂ ਜਦੋਂ ਲੋਟਸ ਓਵਰਸੀਜ਼ ਤੇ ਆਉਂਦੇ ਹਾਂ ਕਿ ਸਲਾਹ ਬਿਲਕੁਲ 100% ਸਹੀ ਮਿਲੇਗੀ ਔਰ ਫ੍ਰੀ ਮਿਲੇਗੀ, ਉਹਦੇ ਕੋਈ ਚਾਰਜਸ ਨਹੀਂ ਆ। ਕਿ ਕਰਕੇ ਕਰ ਦਿੱਤੇ ਜੀ ਤੁਸੀਂ ਚਾਰਜਸ? ਸਰ ਕੋਈ ਚਾਰਜਸ ਨਹੀਂ ਹੈ, ਫ੍ਰੀ ਆਫ। ਮੈਂ ਤਾਂ ਸਭ ਨੂੰ ਕਹਿੰਦਾ ਆਓ। ਤੁਸੀਂ ਇੰਟਰਵਿਊ ਤੇ ਕਹਿ ਦਿੰਦੇ ਨਹੀਂ ਨਾਲ ਇੰਟਰਵਿਊ ਤੇ ਕਹਿ ਦਿੰਦੇ ਤੇ ਬਾਅਦ ਚ ਚਾਰਜਸ ਲੈ ਲੈਂਦੇ ਆ। ਇਹ ਤੁਸੀਂ ਜ਼ਰੂਰ ਆਪਣੇ ਦਰਸ਼ਕਾਂ ਨੂੰ ਪੁੱਛੋ ਜੀ, ਹੈ ਨਾ। ਤੇ 100% ਸਲਾਹ ਜਿਹੜੀ ਚੰਗੀ ਦੇਣੀ, ਜੋ ਬੈਸਟ ਆਫ ਮਾਈ ਨੌਲੇਜ ਹੈ, ਇਹ ਮੇਰਾ ਧਰਮ ਹੈ। ਮੈਂ ਆਪਣੇ ਕਰਮ ਤੇ ਬੈਠਾ ਤੇ ਆਪਣੇ ਧਰਮ ਦੇ ਅਕੋਰਡਿੰਗ ਸਲਾਹ ਦਾਂਗਾ, ਸਹੀ ਦਾਂਗਾ। ਇਹ ਮੇਰਾ ਤੁਹਾਡੇ ਨਾਲ ਪ੍ਰੋਮਿਸ ਹੈ। ਔਰ ਅਗਰ ਕੋਈ ਸ਼ਿਕਾਇਤ ਹੈ ਤੁਸੀਂ ਨਹੀਂ ਚਲੋ ਹਾਲੇ ਤੱਕ ਤਾਂ ਨਹੀਂ, ਅਸੀਂ ਪਹਿਲਾਂ ਵੀ ਤੁਹਾਡੇ ਨਾਲ ਵੀਡੀਓਜ਼ ਕਰ ਚੁੱਕੇ ਹਾਂ। ਜਦੋਂ ਵੀ ਤੁਹਾਡੇ ਲਈ ਫੀਡਬੈਕ ਮਿਲਿਆ ਤਾਂ ਅੱਛਾ ਹੀ ਮਿਲਿਆ। ਇਸ ਕਰਕੇ ਅਸੀਂ ਵੀ ਥੋੜਾ ਕੌਨਫੀਡੈਂਸ ਰੱਖ ਕੇ ਜਿਹੜੇ ਆ ਕੈਮਰੇ ਅੱਗੇ ਜਿਹੜਾ ਆਪਣਾ ਪੁਆਇੰਟ ਪੁੱਟ ਅਪ ਕਰ ਦਿੰਦੇ। ਬਾਕੀ ਜਿਹੜੇ ਵੀ ਨਵੇਂ ਹੋਰ ਜਿਹੜੀਆਂ ਵੀ ਅਪਰਚੁਨਿਟੀਜ਼ ਹੈ ਸਤੰਬਰ ਇਨਟੇਕ ਲਈ ਕੀ ਅਪਡੇਸ਼ਨ ਆਉਂਦੀ ਹੈ, ਜਾਂ ਜਿਹੜੇ ਮੈਂ ਲਾਸਟ ਗੱਲ ਇਹੀ ਕਹਿ ਕੇ ਖਤਮ ਕਰਾਂਗਾ ਕਿ ਜਿਹੜੇ ਬੱਚੇ ਵੀ ਮਈ ਲਈ ਅਪਲਾਈ ਕਰਨਾ ਚਾਹੁੰਦੇ ਨੇ, ਚਾਹੇ ਫਿਰ ਉਹ UK ਹੈ ਜਾਂ ਫਿਰ ਆਸਟ੍ਰੇਲੀਆ, ਉਹ ਐਟ ਦਾ ਅਰਲੀਐਸਟ ਕਰ ਲਓ, ਕਿਉਂਕਿ ਇਹਦੇ ਤੋਂ ਬਾਅਦ ਮੇਜਰ ਇਨਟੇਕ ਜਿਹੜਾ ਸਤੰਬਰ ਹੈ, ਜਿਹੜਾ ਕਿ ਥੋੜ੍ਹਾ ਦੂਰ ਹੈ। ਸੋ ਅਗਰ ਤੁਹਾਡਾ ਕੋਈ ਵੀ ਆਸਟ੍ਰੇਲੀਆ ਬਾਰੇ ਕੋਈ ਵੀ ਕੁਐਸਚਨ ਹੈ, ਤੁਸੀਂ ਸਾਡੇ ਨੰਬਰ ਆ ਰਹੇ ਨੇ, ਉਹਨਾਂ 'ਤੇ ਗੱਲ ਕਰ ਸਕਦੇ ਹੋ, ਸਾਨੂੰ ਫੋਨ ਕਰ ਸਕਦੇ ਹੋ, ਸਾਡੇ ਨਾਲ ਆ ਕੇ ਬੈਠੋ, ਆਓ ਚਾਹ ਦਾ ਕੱਪ ਪੀਵਾਂਗੇ ਸਰ, ਠੀਕ ਹੈ ਨਾ, ਤੇ ਕਰਾਂਗੇ। ਥੈਂਕ ਯੂ ਸੋ ਵੈਰੀ ਮੱਚ। ਬਹੁਤ ਬਹੁਤ ਸ਼ੁਕਰੀਆ ਸਰ। ਤੇ ਜੇ ਤੁਸੀਂ ਵਿਜ਼ਿਟ ਕਰਨ ਤੋਂ ਪਹਿਲਾਂ ਵਰਿੰਦਰ ਜੀ ਨਾਲ ਫੋਨ ਤੇ ਸੰਪਰਕ ਕਰਨਾ ਚਾਹੁੰਦੇ ਹੋ ਤਾਂ ਤੁਹਾਡੇ ਸਕਰੀਨ ਤੇ ਜਿਹੜੇ ਨੰਬਰ ਫਲੈਸ਼ ਹੋ ਰਹੇ ਨੇ, ਤੁਸੀਂ ਇੱਕ ਵਾਰੀ ਕਾਲ ਕਰਕੇ ਅਪਾਇੰਟਮੈਂਟ ਲੈ ਕੇ ਵਰਿੰਦਰ ਜੀ ਨੂੰ ਮਿਲ ਸਕਦੇ ਹੋ। ਬਹੁਤ ਬਹੁਤ ਸ਼ੁਕਰੀਆ। ਬਣੇ ਰਹਿਣਾ ਬੀਬਤੀ ਨਵਾਂ ਸ਼ਹਿਰ ਨਾਲ। ਆਪਣੇ ਛੋਟੇ ਵੀਰ ਦਿਨੇਸ਼ ਸੂਰੀ, ਕੈਮਰਾ ਪਰਸਨ ਵਿਜੇ ਕੁਮਾਰ ਤੇ ਵਰਿੰਦਰ ਬਜਾੜ ਜੀ ਨੂੰ ਦਿਓ ਇਜਾਜ਼ਤ। ਬਹੁਤ ਜਲਦੀ ਫਿਰ ਤੋਂ ਆਵਾਂਗੇ। ਸਤਿ ਸ਼੍ਰੀ ਅਕਾਲ।